ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਕੰਪਲਸਰੀ ਦੇ ਸੈਕਸ਼ਨ ਏ ਦੇ 7ਵੇਂ ਐਸੇ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ, ਜਿਸ ਨੂੰ ਕਿ ਡਾਕਟਰ ਕ੍ਰਿਸਚੀਅਨ ਬਰਨਰਡ ਨੇ ਲਿਖਿਆ ਹੋਇਆ ਹੈ। ਇਸ ਚੈਪਟਰ ਦੀਆਂ ਟੈਕਸਚੁਅਲ ਐਕਸਰਸਾਈਜ਼ਸ ਵਿਦ ਸੋਲੂਸ਼ਨਸ ਕਵਰ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਚੌਥਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਮੈਂ ਇਸ ਚੈਪਟਰ ਨੂੰ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਸਾਰਾ ਤੁਹਾਨੂੰ ਸਮਝਾਇਆ ਹੈ ਅਤੇ ਇਸ ਚੈਪਟਰ ਦੇ ਐਂਡ ਦੇ ਵਿੱਚ ਜੋ ਗਲੋਸਰੀ ਦੇ ਵਰਡਸ ਆਏ ਨੇ ਉਹ ਵੀ ਮੈਂ ਤੁਹਾਨੂੰ ਨਾਲ ਐਕਸਪਲੇਨ ਕੀਤੇ ਨੇ। ਉਮੀਦ ਹੈ ਕਿ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਤੇ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਲਿੰਕ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ। ਸਟੂਡੈਂਟਸ, ਇਸੇ ਤਰ੍ਹਾਂ ਮੈਂ ਇਸ ਚੈਪਟਰ ਦੀ ਸੀਰੀਜ਼ ਦੇ ਦੂਸਰੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਡਿਸਕਸ ਕੀਤੇ ਨੇ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ। ਇਸ ਚੈਪਟਰ ਦੇ ਐਂਡ ਦੇ ਵਿੱਚ 8 ਸ਼ਾਰਟ ਆਨਸਰ ਟਾਈਪ ਕੁਐਸਚਨਸ ਦਿੱਤੇ ਹੋਏ ਨੇ। ਮੈਂ ਇਹਨਾਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਦੇ ਬਹੁਤ ਹੀ ਸਿੰਪਲ ਇੰਗਲਿਸ਼ ਦੇ ਵਿੱਚ ਆਨਸਰ ਬਣਾ ਕੇ ਤੁਹਾਨੂੰ ਸਮਝਾਏ ਹਨ। ਉਮੀਦ ਹੈ ਕਿ ਤੁਸੀਂ ਇਹ ਵਾਲਾ ਵੀਡੀਓ ਵੀ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਇਸੇ ਤਰ੍ਹਾਂ ਇਸ ਚੈਪਟਰ ਦੇ ਤੀਸਰੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦੇ ਲੌਂਗ ਆਨਸਰ ਟਾਈਪ ਕੁਐਸਚਨਸ ਬੱਚਿਓ ਕਵਰ ਕਰੇ ਨੇ, ਜਿਸ ਦੇ ਵਿੱਚ ਇਸ ਚੈਪਟਰ ਦਾ ਥੀਮ ਜੋ ਕਿ ਬਹੁਤ ਹੀ ਜ਼ਿਆਦਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਸ ਰੱਖਦਾ ਹੈ। ਐਸੇ ਟਾਈਪ ਕੁਐਸਚਨ ਨੂੰ ਸਮਝਾਉਂਦੇ ਹੋਏ ਮੈਂ ਇਸ ਕੁਐਸਚਨ ਦਾ ਮਾਈਂਡ ਮੈਪ ਵੀ ਤੁਹਾਨੂੰ ਬੱਚਿਓ ਸਮਝਾਇਆ ਸੀ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ। ਤਾਂ ਉਮੀਦ ਹੈ ਬੱਚਿਓ ਤੁਸੀਂ ਇਹ ਵਾਲਾ ਲੌਂਗ ਆਨਸਰ ਟਾਈਪ ਕੁਐਸਚਨ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਵਾਲਾ ਵੀਡੀਓ ਵੀ ਦੇਖ ਸਕਦੇ ਹੋ। ਤਾਂ ਸਟੂਡੈਂਟਸ, ਮੈਂ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਚੈਪਟਰ ਦੇ ਟੈਕਸਟ ਦੇ ਨਾਲ ਰਿਲੇਟਿਡ ਇੱਕ MCQ ਬੇਸਡ ਆਬਜੈਕਟਿਵ ਟਾਈਪ ਕੁਐਸਚਨ ਕੁਇਜ਼ ਤਿਆਰ ਕੀਤਾ ਹੈ, ਜਿਸ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕੀਤਾ ਹੋਇਆ ਹੈ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ। ਤਾਂ ਜਦੋਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਦੇ ਹੋ ਤਾਂ ਡਾਇਰੈਕਟਲੀ ਤੁਸੀਂ ਇਸ ਕੁਇਜ਼ ਤੇ ਪਹੁੰਚ ਜਾਂਦੇ ਹੋ। ਮੈਂ ਇਸ ਕੁਇਜ਼ ਵਿੱਚ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਮਲਟੀਪਲ ਚੋਇਸ ਕੁਐਸਚਨਸ ਪਾਏ ਨੇ, ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਹ ਵਾਲਾ ਸਾਰਾ ਕੁਇਜ਼ ਸੋਲਵ ਕਰੋ ਅਤੇ ਇਸ ਨੂੰ ਸਬਮਿਟ ਕਰੋ। ਮੈਂ ਤੁਹਾਡੇ ਆਨਸਰਸ ਦੀ ਫੀਡਬੈਕ ਨਾਲ ਦੀ ਨਾਲ ਤੁਹਾਨੂੰ ਪ੍ਰੋਵਾਈਡ ਕਰਾਂਗਾ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਇਸ ਚੈਪਟਰ ਦੇ ਪ੍ਰਤੀ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਜ਼ਿਆਦਾ ਅੱਛੀ ਤਿਆਰੀ ਹੋ ਪਾਏਗੀ। ਸਟੂਡੈਂਟਸ, ਤੁਹਾਡੇ ਚੈਪਟਰ ਦੇ ਟੈਕਸਟ ਅਤੇ ਗਲੋਸਰੀ ਤੋਂ ਬਾਅਦ ਕੰਪਰੀਹੈਂਸ਼ਨ ਵਾਲੀ ਐਕਸਰਸਾਈਜ਼ ਦੇ ਵਿੱਚ ਸ਼ਾਰਟ ਆਨਸਰ ਟਾਈਪ ਕੁਐਸਚਨਸ ਅਤੇ ਲੌਂਗ ਆਨਸਰ ਟਾਈਪ ਕੁਐਸਚਨਸ ਤੋਂ ਬਾਅਦ ਵੋਕੈਬਲਰੀ ਪ੍ਰੈਕਟਿਸਿਸ ਦੀਆਂ 2 ਐਕਸਰਸਾਈਜ਼ਸ ਦਿੱਤੀਆਂ ਹੋਈਆਂ ਨੇ। ਅੱਜ ਵਾਲੇ ਵੀਡੀਓ 'ਚ ਅਸੀਂ ਇਹ ਦੋਵੇਂ ਐਕਸਰਸਾਈਜ਼ਸ ਡਿਸਕਸ ਕਰਾਂਗੇ। ਇਸੇ ਤਰ੍ਹਾਂ ਵੋਕੈਬਲਰੀ ਪ੍ਰੈਕਟਿਸ ਦੀ ਐਕਸਰਸਾਈਜ਼ ਤੋਂ ਬਾਅਦ ਗ੍ਰਾਮਰ ਦੀਆਂ 2 ਐਕਸਰਸਾਈਜ਼ਸ, ਜਿਸ ਦੇ ਵਿੱਚ ਐਕਸਰਸਾਈਜ਼ ਨੰਬਰ 2 ਅਤੇ ਐਕਸਰਸਾਈਜ਼ ਨੰਬਰ 3, ਇਹ ਵਾਲੀਆਂ ਐਕਸਰਸਾਈਜ਼ ਵੀ ਆਪਾਂ ਅੱਜ ਵਾਲੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਤਾਂ ਸਟੂਡੈਂਟ, ਸਾਡੀ ਪਹਿਲੀ ਵੋਕੈਬਲਰੀ ਪ੍ਰੈਕਟਿਸ ਦੀ ਜਿਹੜੀ ਐਕਸਰਸਾਈਜ਼ ਹੈ ਕਿ ਫਾਰਮ ਐਡਜੈਕਟਿਵਸ ਯੂਜ਼ਿੰਗ ਸਫਿਕਸਿਸ AL, FUL, ABLE। ਤਾਂ ਬੱਚਿਓ, ਜਿਹੜੀ ਸਾਡੀ ਪਹਿਲੀ ਐਕਸਰਸਾਈਜ਼ ਹੈ ਇਸ ਦੇ ਵਿੱਚ ਸਾਨੇ ਕੁਝ ਸਫਿਕਸਿਸ ਨੂੰ ਯੂਜ਼ ਕਰਦੇ ਹੋਏ ਐਡਜੈਕਟਿਵਸ ਫਾਰਮ ਕਰਨੇ ਹੈ। ਐਡਜੈਕਟਿਵਸ ਜਿਨ੍ਹਾਂ ਨੂੰ ਅਸੀਂ ਵਿਸ਼ੇਸ਼ਣ ਕਹਿੰਦੇ ਹਾਂ। ਤਾਂ ਸਾਨੂੰ ਕੁਝ ਬੱਚਿਓ ਨਾਊਨਸ ਜਾਂ ਵਰਬਸ ਦਿੱਤੇ ਹੋਏ ਹੈ। ਇਹ ਟੋਟਲ 9 ਵਰਡ ਦਿੱਤੇ ਹੋਏ ਨੇ, ਜਿਹੜੇ ਕਿ ਜਾਂ ਤਾਂ ਨਾਊਨਸ ਨੇ ਜਾਂ ਵਰਬਸ ਨੇ, ਜਾਂ ਕੁਝ ਵਰਡਸ ਦੋਵੇਂ ਨਾਊਨ ਤੇ ਵਰਬ ਦਾ ਕੰਮ ਕਰਦੇ ਨੇ। ਇਹ ਵਰਡ ਸਾਨੂੰ ਦਿੱਤੇ ਹੋਏ ਨੇ, ਪਰੰਤੂ ਇਹਨਾਂ ਸਾਰੇ ਵਰਡਸ ਨੂੰ ਅਸੀਂ ਐਡਜੈਕਟਿਵਸ ਬਣਾਉਣਾ ਹੈ, ਵਿਸ਼ੇਸ਼ਣ ਬਣਾਉਣਾ ਹੈ। ਪਰੰਤੂ ਸਾਡੀ ਕੰਡੀਸ਼ਨ ਇਹ ਹੈ ਕਿ ਸਾਨੇ ਸਿਰਫ 3 ਸਫਿਕਸਿਸ ਹੀ ਯੂਜ਼ ਕਰਨੇ ਨੇ। ਉਹ ਨੇ AL, FUL ਅਤੇ ABLE। ਤਾਂ ਬੱਚਿਓ, ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਫਿਕਸਿਸ ਹੁੰਦੇ ਕੀ ਨੇ। ਸਫਿਕਸਿਸ ਬੱਚਿਓ ਅਜਿਹੇ ਲੈਟਰਸ ਜਾਂ ਗਰੁੱਪ ਆਫ ਲੈਟਰਸ ਹੁੰਦੇ ਨੇ, ਅਜਿਹੇ ਅੱਖਰ ਜਾਂ ਅੱਖਰਾਂ ਦਾ ਇੱਕ ਸਮੂਹ ਹੁੰਦਾ ਹੈ ਜੋ ਕਿ ਵਰਡਸ ਦੇ ਪਿੱਛੇ ਲੱਗ ਕੇ, ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਮਤਲਬ ਬਦਲ ਦਿੰਦਾ ਹੈ। ਪੰਜਾਬੀ ਦੇ ਵਿੱਚ ਆਪਾਂ ਇਹਨਾਂ ਨੂੰ ਪਿਛੇਤਰ ਕਹਿੰਦੇ ਹਾਂ ਜੀ। ਅਗੇਤਰ ਪਛੇਤਰ ਅਸੀਂ ਪੜ੍ਹੇ ਹਾਂ ਪੰਜਾਬੀ ਗ੍ਰਾਮਰ 'ਚ, ਤਾਂ ਪਿਛੇਤਰ ਨੂੰ ਅਸੀਂ ਇੰਗਲਿਸ਼ ਦੇ ਵਿੱਚ ਸਫਿਕਸਿਸ ਕਹਿੰਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਬੱਚਿਓ ਪਹਿਲਾ ਵਰਡ ਲੈਂਦੇ ਹਾਂ। ਤਾਂ ਸਾਡਾ ਪਹਿਲਾ ਵਰਡ ਹੈ ਜੀ ਡਰਿੰਕ। ਤਾਂ ਡਰਿੰਕ ਸ਼ਬਦ ਬੱਚਿਓ ਨਾਊਨ ਅਤੇ ਵਰਬ ਦੋਨਾਂ ਦੇ ਤੌਰ ਤੇ ਯੂਜ਼ ਹੋ ਜਾਂਦਾ ਹੈ। ਡਰਿੰਕ ਦਾ ਮਤਲਬ ਹੁੰਦਾ ਹੈ ਪੀਣਾ, ਪਰੰਤੂ ਜਦੋਂ ਅਸੀਂ ਡਰਿੰਕ ਨੂੰ ਐਡਜੈਕਟਿਵ ਬਣਾਉਣਾ ਹੋਵੇ ਤਾਂ ਅਸੀਂ ਸਿਰਫ ABLE
ਸਫਿਕਸ ਯੂਜ਼ ਕਰਦੇ ਹਾਂ, ਅਸੀਂ ਡਰਿੰਕ ਦੇ ਪਿੱਛੇ ABLE ਲਗਾ ਕੇ ਇਸ ਨੂੰ ਅਸੀਂ ਐਡਜੈਕਟਿਵ ਬਣਾ ਸਕਦੇ ਹਾਂ। ਤਾਂ ਇਸ ਤਰੀਕੇ ਦੇ ਨਾਲ ਅਸੀਂ ਡਰਿੰਕ ਵਰਡ ਦਾ, ਜੋ ਕਿ ਇੱਕ ਨਾਊਨ ਅਤੇ ਵਰਬ ਦਾ ਕੰਮ ਕਰਦਾ ਹੈ, ਉਸ ਦਾ ਅਸੀਂ ਐਡਜੈਕਟਿਵ ਬਣਾ ਲਿਆ। ਕਿਵੇਂ? ਏਬਲ ਪਿਛੇਤਰ ਲਗਾ ਕੇ ਉਸ ਨੂੰ ਡਰਿੰਕੇਬਲ ਬਣਾ ਲਿਆ। ਇਸੇ ਤਰ੍ਹਾਂ ਸਾਡਾ ਦੂਸਰਾ ਵਰਡ ਹੈ ਬੱਚਿਓ ਨੇਸ਼ਨ। ਨੇਸ਼ਨ ਇੱਕ ਨਾਊਨ ਹੈ ਜਿਸ ਦਾ ਮਤਲਬ ਹੁੰਦਾ ਹੈ ਰਾਸ਼ਟਰ, ਦੇਸ਼। ਨੇਸ਼ਨ ਦੇ ਪਿੱਛੇ ਬੱਚਿਓ ਸਿਰਫ AL ਪਿਛੇਤਰ ਲੱਗਦਾ ਹੈ, ਜਿਸ ਦੇ ਨਾਲ ਇਹ ਵਿਸ਼ੇਸ਼ਣ ਬਣ ਜਾਂਦਾ ਹੈ, ਐਡਜੈਕਟਿਵ ਬਣ ਜਾਂਦਾ ਹੈ। ਤਾਂ ਅਸੀਂ ਨੇਸ਼ਨ ਦੇ ਪਿੱਛੇ AL ਲਗਾ ਕੇ ਅਸੀਂ ਇਸ ਦਾ ਐਡਜੈਕਟਿਵ ਬਣਾ ਲਿਆ ਹੈ। ਤੀਸਰਾ ਹੈ ਸਾਡਾ ਬਿਊਟੀ, ਜੋ ਕਿ ਹਮੇਸ਼ਾ ਨਾਊਨ ਦੇ ਤੌਰ ਤੇ ਹੀ ਬੱਚਿਓ ਇਸਤੇਮਾਲ ਹੁੰਦਾ ਹੈ। ਬਿਊਟੀ ਦਾ ਮਤਲਬ ਹੁੰਦਾ ਸੁੰਦਰਤਾ। ਬਿਊਟੀ ਦੇ ਪਿੱਛੇ ਸਿਰਫ ਬੱਚਿਓ FUL ਪਿਛੇਤਰ ਹੀ ਲੱਗਦਾ ਹੈ, ਸਫਿਕਸ ਲੱਗਦਾ ਹੈ। ਤਾਂ ਅਸੀਂ ਬਿਊਟੀ ਦੇ ਪਿੱਛੇ FUL ਲਗਾ ਦਿੰਦੇ ਹਾਂ, ਲੇਕਿਨ ਇਸ ਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਂਦਾ ਹੈ ਕਿ ਬਿਊਟੀ ਦੀ ਜਿਹੜੀ Y ਹੈ ਇਹ ਕੱਟੀ ਜਾਂਦੀ ਹੈ ਅਤੇ ਇਸ ਦੀ ਥਾਂ 'ਤੇ I ਜਗ੍ਹਾ ਲੈ ਲੈਂਦੀ ਹੈ, ਅਤੇ ਫਿਰ ਅਸੀਂ ਇਸ ਨੂੰ FUL ਲਗਾਉਂਦੇ ਹਾਂ। ਤਾਂ ਥੋੜ੍ਹਾ ਜਿਹਾ ਧਿਆਨ ਰੱਖਣਾ ਹੈ ਬਿਊਟੀਫੁਲ ਬਣਾਉਣ ਦੇ ਵਿੱਚ। ਤਾਂ ਬਿਊਟੀ ਦਾ ਸਾਡਾ ਐਡਜੈਕਟਿਵ ਕੀ ਹੋਇਆ ਜੀ? ਬਿਊਟੀਫੁਲ। ਆਪਸ਼ਨ ਸਾਡਾ ਨੈਕਸਟ ਵਰਡ ਹੈ। ਜਦੋਂ ਅਸੀਂ ਇਸ ਦੇ ਪਿੱਛੇ ਸਫਿਕਸ ਕੋਈ ਲਗਾਉਣਾ ਹੋਵੇ ਤਾਂ ਬੱਚਿਓ ਨੇਸ਼ਨ ਦੀ ਤਰ੍ਹਾਂ ਇਸ ਦੇ ਪਿੱਛੇ AL ਹੀ ਲੱਗਦਾ ਹੈ। ਤਾਂ ਅਸੀਂ ਆਪਸ਼ਨ ਦੇ ਪਿੱਛੇ ਬੱਚਿਓ AL ਲਗਾ ਕੇ ਇਸ ਨੂੰ ਆਪਸ਼ਨ ਬਣਾ ਲੈਂਦੇ ਹਾਂ। ਆਪਸ਼ਨ ਬੱਚਿਓ ਨਾਊਨ ਐਂਡ ਵਰਬ ਦੋਨਾਂ ਦੀ ਤਰ੍ਹਾਂ ਯੂਜ਼ ਹੁੰਦਾ ਹੈ। ਆਪਸ਼ਨ ਸ਼ਬਦ ਨਾਊਨ ਦੇ ਤੌਰ ਤੇ ਵੀ ਯੂਜ਼ ਹੁੰਦਾ ਹੈ, ਵਰਬ ਦੇ ਤੌਰ ਤੇ ਵੀ ਯੂਜ਼ ਹੁੰਦਾ ਹੈ, ਲੇਕਿਨ ਇਸ ਦੇ ਪਿੱਛੇ AL ਲਗਾ ਕੇ ਅਸੀਂ ਇਸ ਦਾ ਐਡਜੈਕਟਿਵ ਬਣਾ ਲੈਂਦੇ ਹਾਂ। ਕੇਅਰ ਸ਼ਬਦ ਬੱਚਿਓ ਨਾਊਨ ਅਤੇ ਵਰਬ ਦੋਨਾਂ ਦੇ ਤੌਰ ਤੇ ਯੂਜ਼ ਹੁੰਦਾ ਹੈ। ਕੇਅਰ ਦਾ ਮਤਲਬ ਹੁੰਦਾ ਧਿਆਨ ਕਰਨਾ ਜਾਂ ਧਿਆਨ। ਕੇਅਰ ਦੇ ਪਿੱਛੇ ਬੱਚਿਓ FUL ਲੱਗਦਾ ਹੈ, ਤਾਂ ਅਸੀਂ ਕੇਅਰਫੁਲ ਬਣਾਉਂਦੇ ਹਾਂ। ਸਿੰਪਲ FUL ਪਿੱਛੇ ਇਸ ਦੇ ਸਫਿਕਸ ਲਗਾ ਕੇ ਇਸ ਦਾ ਐਡਜੈਕਟਿਵ ਬਣ ਜਾਂਦਾ ਹੈ। ਕਾਊਂਟ ਸ਼ਬਦ ਵੀ ਬੱਚਿਓ ਨਾਊਨ ਅਤੇ ਵਰਬ ਦੋਵਾਂ ਦੇ ਤੌਰ ਤੇ ਯੂਜ਼ ਹੁੰਦਾ ਹੈ। ਕਾਊਂਟ ਦੇ ਪਿੱਛੇ ਹਮੇਸ਼ਾ ABLE ਸਫਿਕਸ ਲੱਗਦਾ ਹੈ, ਤਾਂ ਇਸ ਦਾ ਬਣੇਗਾ ਜੀ ਕਾਊਂਟੇਬਲ। ਜਿਹੜੀ ਚੀਜ਼ ਗਿਣੀ ਜਾ ਸਕੇ ਅਸੀਂ ਉਸ ਨੂੰ ਕਾਊਂਟੇਬਲ ਕਹਿੰਦੇ ਹਾਂ। ਸਾਡਾ ਨੈਕਸਟ ਵਰਡ ਹੈ ਜੀ ਅਵੋਇਡ। ਅਵੋਇਡ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਤੋਂ ਪਰਾਂ ਰਹਿਣਾ, ਦੂਰ ਰਹਿਣਾ, ਅਤੇ ਇਹ ਹਮੇਸ਼ਾ ਵਰਬ ਦੇ ਤੌਰ ਤੇ ਬੱਚਿਓ ਯੂਜ਼ ਹੁੰਦਾ ਹੈ। ਪਰੰਤੂ ਜਦੋਂ ਅਸੀਂ ਇਸ ਦਾ ਐਡਜੈਕਟਿਵ ਬਣਾਉਣਾ ਹੋਵੇ ਅਸੀਂ ਇਸ ਦੇ ਪਿੱਛੇ ABLE ਸਫਿਕਸ ਲਗਾਉਂਦੇ ਹਾਂ, ਤਾਂ ਇਸ ਦਾ ਬਣੇਗਾ ਜੀ ਅਵੋਇਡੇਬਲ। ਪੀਸ ਸ਼ਬਦ ਬੱਚਿਓ ਨਾਊਨ ਅਤੇ ਵਰਬ ਦੋਵਾਂ ਦੇ ਤੌਰ ਤੇ ਯੂਜ਼ ਹੁੰਦਾ ਹੈ, ਅਤੇ ਇਸ ਨੂੰ ਅਸੀਂ ਜਦੋਂ ਐਡਜੈਕਟਿਵ ਬਣਾਉਣਾ ਹੋਵੇ ਤਾਂ ਅਸੀਂ ਇਸ ਦੇ ਪਿੱਛੇ FUL ਲਗਾਉਂਦੇ ਹਾਂ। ਪੀਸਫੁਲ, PEACEFUL, ਤਾਂ FUL ਸਫਿਕਸ ਲਾ ਕੇ ਇਸ ਦਾ ਐਡਜੈਕਟਿਵ ਬਣ ਜਾਂਦਾ ਹੈ। ਪ੍ਰੋਫੈਸ਼ਨ ਦਾ ਮਤਲਬ ਹੁੰਦਾ ਬੱਚਿਓ ਕਿੱਤਾ, ਅਤੇ ਇਹ ਹਮੇਸ਼ਾ ਨਾਊਨ ਦੇ ਤੌਰ ਤੇ ਯੂਜ਼ ਹੁੰਦਾ ਹੈ, ਲੇਕਿਨ ਜਦੋਂ ਅਸੀਂ ਇਸ ਦਾ ਐਡਜੈਕਟਿਵ ਬਣਾਉਣਾ ਹੋਵੇ ਤਾਂ ਅਸੀਂ ਇਸ ਦੇ ਪਿੱਛੇ AL ਸ਼ਬਦ ਲਗਾਉਂਦੇ ਹਾਂ। ਤਾਂ ਇਸ ਤਰ੍ਹਾਂ ਇਹ ਬਣਦਾ ਹੈ ਪ੍ਰੋਫੈਸ਼ਨਲ। ਸਿੰਪਲ ਇਸ ਦੇ ਪਿੱਛੇ AL ਲੱਗ ਜਾਂਦਾ ਹੈ। ਤਾਂ ਇਸ ਤਰੀਕੇ ਦੇ ਨਾਲ ਬੱਚਿਓ ਸਾਡੀ ਇਹ ਵਾਲੀ ਵੋਕੈਬਲਰੀ ਪ੍ਰੈਕਟਿਸ ਦੀ ਸਫਿਕਸ ਵਾਲੀ ਐਕਸਰਸਾਈਜ਼ ਕੰਪਲੀਟ ਹੁੰਦੀ ਹੈ। ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਵੇਗੀ। ਸਟੂਡੈਂਟ, ਸਾਡੀ ਸੈਕਿੰਡ ਵੋਕੈਬਲਰੀ ਪ੍ਰੈਕਟਿਸ ਦੀ ਐਕਸਰਸਾਈਜ਼ ਹੈ ਕਿ ਉਸਦੇ ਵੀ ਸਾਡੇ ਕੋਲੇ ਦੋ ਕਾਲਮ ਦਿੱਤੇ ਹੋਏ ਹੈ, ਕਾਲਮ A ਅਤੇ ਕਾਲਮ B। ਤਾਂ ਅਸੀਂ ਪਹਿਲਾਂ ਪੜ੍ਹ ਲੈਂਦੇ ਹਾਂ ਕਿ ਮੈਚ ਦਾ ਨਾਊਨਸ ਇਨ ਕਾਲਮ A ਵਿਦ ਦੇਅਰ ਡੈਫੀਨੇਸ਼ਨਸ ਇਨ ਕਾਲਮ B। ਤਾਂ ਕਾਲਮ A ਦੇ ਵਿੱਚ ਸਾਨੂੰ ਕੁਝ ਨਾਊਨਸ ਦਿੱਤੇ ਗਏ ਨੇ। ਇਹ ਨਾਊਨ ਤੁਸੀਂ ਦੇਖ ਸਕਦੇ ਹੋ, ਜਿਵੇਂ ਪੈਡੈਸਟਰੀਅਨ, ਕੰਪਸ, ਕਿਡਨੈਪਰ, ਕਸਟਮਰ, ਰੈਫਰੀ, ਔਰਫਨ। ਇਹ ਨਾਊਨ ਨੇ ਜੀ। 6 ਨਾਊਨਸ ਦਿੱਤੇ ਗਏ ਨੇ। ਫਿਰ ਉਹਨਾਂ ਦੀ ਸਾਨੂੰ ਡੈਫੀਨੇਸ਼ਨ ਦਿੱਤੀ ਗਈ ਹੈ। ਜਿਹੜਾ B ਕਾਲਮ ਹੈ ਉਸ ਦੇ ਵਿੱਚ ਸਾਨੂੰ ਹਰ ਇੱਕ ਨਾਊਨ ਦੀ ਡੈਫੀਨੇਸ਼ਨ ਦਿੱਤੀ ਗਈ ਹੈ, ਲੇਕਿਨ ਸਾਨੂੰ ਇਹਨਾਂ ਨੂੰ ਮੈਚ ਕਰਨਾ ਹੈ। ਤਾਂ ਇੱਕ ਤਰ੍ਹਾਂ ਦੀ ਮੈਚਿੰਗ ਐਕਸਰਸਾਈਜ਼ ਹੈ ਜੀ। ਤਾਂ ਅਸੀਂ ਇੱਕ ਇੱਕ ਨਾਊਨ ਚੱਕਦੇ ਹਾਂ ਅਤੇ ਫਿਰ ਉਸ ਦੀ ਅਸੀਂ ਡੈਫੀਨੇਸ਼ਨ ਉਸ ਦੇ ਨਾਲ ਮੈਚ ਕਰਦੇ ਹਾਂ। ਤਾਂ ਕਾਲਮ A ਦਾ ਸਾਡਾ ਪਹਿਲਾ ਨਾਊਨ ਹੈ ਕਿ ਆ ਪੈਡੈਸਟਰੀਅਨ ਇਜ਼ ਸਮਵਨ। ਕਿ ਪੈਡੈਸਟਰੀਅਨ ਕੌਣ ਹੁੰਦਾ ਹੈ ਜੀ? ਤਾਂ ਪੈਡੈਸਟਰੀਅਨ ਇੱਕ ਅਜਿਹਾ ਇਨਸਾਨ ਹੁੰਦਾ ਬੱਚਿਓ ਜੋ ਕਿ ਪੈਦਲ ਤੁਰਦਾ ਹੈ। ਤਾਂ ਅਸੀਂ ਕਾਲਮ B ਦੇ ਵਿੱਚ ਦੇਖਦੇ ਹਾਂ ਕਿ ਪੈਦਲ ਤੁਰਨ ਵਾਲੀ ਗੱਲ ਕਿੱਥੇ ਆਈ ਹੈ। ਇਹ 6 ਨੰਬਰ ਤੇ ਆਈ ਹੈ ਕਿ ਜੀ ਹੂ ਇਜ਼ ਵਾਕਿੰਗ ਇਨ ਅ ਸਟਰੀਟ ਨਾਟ ਟਰੈਵਲਿੰਗ ਇਨ ਅ ਵਹੀਕਲ। ਕਿ ਪੈਡੈਸਟਰੀਅਨ ਇੱਕ ਅਜਿਹਾ ਇਨਸਾਨ ਹੈ ਜੋ ਕਿ ਸਟਰੀਟ ਤੇ ਵਾਕ ਕਰਦਾ ਹੈ, ਵਹੀਕਲ ਦੇ ਵਿੱਚ ਉਹ ਟਰੈਵਲ ਨਹੀਂ ਕਰਦਾ। 6 ਨੰਬਰ ਵਾਲੀ ਡੈਫੀਨੇਸ਼ਨ ਦੇ ਅੱਗੇ ਅਸੀਂ ਲਿਖਾਂਗੇ ਪੈਡੈਸਟਰੀਅਨ। ਸੈਕਿੰਡ ਦੇਖਦੇ ਹਾਂ ਜੀ, ਆ ਕੰਪਸ ਇਜ਼ ਐਨ ਇੰਸਟਰੂਮੈਂਟ। ਤਾਂ ਇੱਕ ਅਜਿਹਾ ਇੰਸਟਰੂਮੈਂਟ ਹੈ, ਇੱਕ ਅਜਿਹਾ ਔਜ਼ਾਰ ਹੈ ਜੀ ਜਿਸ ਦੇ ਨਾਲ ਸਾਨੂੰ ਡਾਇਰੈਕਸ਼ਨਸ ਦਾ ਪਤਾ ਚੱਲਦਾ ਹੈ। ਤਾਂ ਡਾਇਰੈਕਸ਼ਨਸ ਵਾਲੀ ਗੱਲ ਕਿੱਥੇ ਆਈ ਹੈ ਜੀ? ਕਾਲਮ B 'ਚ ਆਈ ਹੈ ਜੀ ਤੀਸਰੇ 'ਚ। ਦੈਟ ਇਜ਼ ਯੂਜ਼ਡ ਫॉर ਫਾਈਂਡਿੰਗ ਡਾਇਰੈਕਸ਼ਨਸ। ਕਿ ਦਿਸ਼ਾਵਾਂ ਦਾ ਪਤਾ ਲਗਾਉਣ ਦੇ ਲਈ ਅਸੀਂ ਕੰਪਸ ਯੂਜ਼ ਕਰਦੇ ਹਾਂ। ਤਾਂ ਅਸੀਂ 3 ਨੰਬਰ ਦੇ ਅੱਗੇ ਲਿਖਦੇ ਹਾਂ ਜੀ ਕੰਪਸ। ਥਰਡ ਹੈ ਕਿ ਆ ਕਿਡਨੈਪਰ ਇਜ਼ ਸਮਵਨ। ਕਿਡਨੈਪਰ ਸ਼ਬਦ ਬੱਚਿਓ ਕਿਡਨੈਪ ਤੋਂ ਹੀ ਬਣਿਆ। ਕਿਡਨੈਪ ਕਿਸੇ ਨੂੰ ਅਗਵਾ ਕਰ ਲੈਣਾ, ਤਾਂ ਕਿਡਨੈਪਰ ਹੁੰਦਾ ਜੀ ਜੋ ਕਿਸੇ ਨੂੰ ਅਗਵਾ ਕਰ ਲੈਂਦਾ ਫਿਰ ਫਿਰੌਤੀ ਮੰਗਦਾ। ਤਾਂ ਅਜਿਹੀ ਗੱਲ ਕਿਹੜੀ ਡੈਫੀਨੇਸ਼ਨ ਚਾਹੀਏ ਜੀ? 4 चाहिए जी कि who has taken a person away by force and is demanding money for his safe return। ਕਿ ਇੱਕ ਅਜਿਹਾ ਇਨਸਾਨ ਜੋ ਕਿ ਕਿਸੇ ਪਰਸਨ ਨੂੰ
ਬਾਈ ਫੋਰਸ ਜ਼ੋਰ ਜ਼ਬਰਦਸਤੀ ਚੱਕ ਲੈਂਦਾ ਹੈ ਅਤੇ ਫਿਰ ਪੈਸਾ ਡਿਮਾਂਡ ਕਰਦਾ ਹੈ, ਪੈਸਾ ਮੰਗਦਾ ਹੈ ਉਸ ਦੀ ਸੇਫ ਰਿਟਰਨ ਦੇ ਲਈ। ਤਾਂ ਅਸੀਂ 4 ਨੰਬਰ ਦੇ ਅੱਗੇ ਲਿਖਾਂਗੇ ਜੀ ਕਿਡਨੈਪਰ। ਫੋਰਥ ਹੈ ਜੀ ਸਾਡਾ ਅ ਕਸਟਮਰ ਇਜ਼ ਅ ਪਰਸਨ। ਕਸਟਮਰ ਜਿਸ ਨੂੰ ਅਸੀਂ ਗਾਹਕ ਕਹਿੰਦੇ ਹਾਂ। ਤਾਂ ਗਾਹਕ ਕੌਣ ਹੁੰਦਾ ਹੈ ਜੀ? ਗਾਹਕ ਜੋ ਕਿ ਕੋਈ ਚੀਜ਼ਾਂ ਖਰੀਦਦਾ ਜਾ ਕੇ ਦੁਕਾਨ ਤੇ। ਤਾਂ ਪਹਿਲਾ ਹੀ ਆਨਸਰ ਹੈ ਜੀ ਕਿ ਹੂ ਬਾਈ ਸਮਥਿੰਗ ਸਪੈਸ਼ਲੀ ਫਰੋਮ ਅ ਸ਼ੌਪ। ਕਿਸੇ ਦੁਕਾਨ ਤੋਂ ਜਾ ਕੇ ਕੋਈ ਚੀਜ਼ ਖਰੀਦਦਾ ਤਾਂ ਅਸੀਂ ਉਸ ਪਰਸਨ ਨੂੰ ਕਸਟਮਰ ਕਹਿੰਦੇ ਹਾਂ। ਪੰਜਵਾਂ ਹੈ ਜੀ ਅ ਰੈਫਰੀ ਇਜ਼ ਅ ਪਰਸਨ। ਰੈਫਰੀ ਕੌਣ ਹੈ ਜੀ? ਰੈਫਰੀ ਅਸੀਂ ਬੱਚਿਓ ਦੇਖਿਆ ਹੁਣੇ ਫੀਫਾ ਦਾ ਵਰਲਡ ਕੱਪ ਹੋ ਕੇ ਹਟਿਆ, ਤਾਂ ਰੈਫਰੀ ਦੀ ਕਾਫੀ ਜ਼ਿਆਦਾ ਅਹਿਮੀਅਤ ਹੁੰਦੀ ਹੈ ਕਿਸੇ ਵੀ ਫੁੱਟਬਾਲ ਮੈਚ। ਸਿਰਫ ਫੁੱਟਬਾਲ ਮੈਚ 'ਚ ਹੀ ਨਹੀਂ, ਹਾਕੀ 'ਚ ਵੀ ਰੈਫਰੀ ਹੁੰਦਾ, ਹੋਰ ਬਹੁਤ ਸਾਰੀਆਂ ਗੇਮਸ 'ਚ ਵੀ ਰੈਫਰੀ ਹੁੰਦਾ। ਤਾਂ ਇਹ ਕਿੱਥੇ ਆਏਗਾ ਜੀ? ਸਾਡਾ ਪੰਜਵਾਂ ਆਨਸਰ ਹੈ ਜੀ ਕਿ ਹੂ ਕੰਟਰੋਲਸ ਅ ਸਪੋਰਟਸ ਮੈਚ ਔਰ ਕੰਟੈਸਟ। ਕਿ ਕੋਈ ਜਦੋਂ ਖੇਡ ਦਾ ਕੋਈ ਮੈਚ ਚੱਲ ਰਿਹਾ ਹੋਵੇ ਉਸ ਨੂੰ ਕੰਟਰੋਲ ਕਰਦਾ, ਜਾਂ ਕੋਈ ਮੁਕਾਬਲਾ ਵੀ ਚੱਲ ਰਿਹਾ ਹੋਵੇ, ਕੋਈ ਕੰਟੈਸਟ ਚੱਲ ਰਿਹਾ ਹੁੰਦਾ, ਉੱਥੇ ਵੀ ਅਸੀਂ ਰੈਫਰੀ ਲਗਾ ਦਿੰਦੇ ਹਾਂ। ਤਾਂ ਸਾਡੇ ਪੰਜਵੀਂ ਡੈਫੀਨੇਸ਼ਨ ਕਿਸ ਦੀ ਹੋਈ ਜੀ? ਰੈਫਰੀ ਦੀ। ਤੇ ਲਾਸਟ ਸਾਡਾ 6ਵਾਂ ਹੈ ਜੀ ਐਨ ਔਰਫਨ ਇਜ਼ ਅ ਚਾਈਲਡ। ਔਰਫਨ ਦਾ ਮਤਲਬ ਹੁੰਦਾ ਬੱਚਿਓ ਯਤੀਮ। ਤਾਂ ਯਤੀਮ ਉਹ ਬੱਚਾ ਹੁੰਦਾ ਜੀ ਜਿਸ ਦੇ ਮਾਪੇ ਨਹੀਂ ਹੁੰਦੇ। ਤਾਂ ਸਾਡੇ ਕੋਲ ਇੱਕੋ ਹੀ ਆਨਸਰ ਹੈ ਕਿ ਹੂ ਹੈਜ਼ ਲੋਸਟ ਬੋਥ ਹਿਜ਼ ਪੇਰੈਂਟਸ। ਜਿਸ ਨੇ ਆਪਣੇ ਮਾਤਾ ਪਿਤਾ ਗਵਾਤੇ ਹੋਣ ਬਦਕਿਸਮਤੀ ਨਾਲ, ਤਾਂ ਅਸੀਂ ਉਸ ਬੱਚੇ ਨੂੰ ਔਰਫਨ ਕਹਿੰਦੇ ਹਾਂ। ਤਾਂ ਅਸੀਂ ਇਸ ਦੇ ਅੱਗੇ ਔਰਫਨ ਲਿਖਾਂਗੇ। ਤਾਂ ਕਾਫੀ ਸਿੰਪਲ ਐਕਸਰਸਾਈਜ਼ ਸੀ ਜੀ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ +2 ਇੰਗਲਿਸ਼ ਕੰਪਲਸਰੀ ਦੇ ਸਾਰੇ ਚੈਪਟਰਸ ਕਵਰ ਕਰ ਚੁੱਕਿਆ ਹਾਂ। ਇਸ ਦੇ ਵਿੱਚ ਸਾਡੇ ਸੈਕਸ਼ਨ ਏ ਦੇ ਬਹੁਤ ਸਾਰੇ ਐਸੇ ਸ਼ਾਮਿਲ ਨੇ, ਜਿਵੇਂ ਕਿ ਪਹਿਲਾ ਐਸੇ ਹੈ ਹਸਨਸ ਅਟੈਂਡੈਂਸ ਪ੍ਰੋਬਲਮ, ਸੈਕਿੰਡ ਦਾ ਮਾਰਚ ਕਿੰਗ, ਥਰਡ ਥਿੰਕਿੰਗ ਆਊਟ ਆਫ ਦਾ ਬਾਕਸ, ਲੇਟਰਲ ਥਿੰਕਿੰਗ, 6th on saying please, 7th essay the story of my life, 8th the two gentlemen of Verona, 9th in celebration of being alive ਅਤੇ 10th ਗਦਰੀ ਬਾਬਾਜ਼ ਇਨ ਕਾਲਾਪਾਨੀ ਜੇਲ ਕਵਰ ਕਰ ਚੁੱਕੇ ਹਾਂ। ਇਸੇ ਤਰ੍ਹਾਂ ਸੈਕਸ਼ਨ ਬੀ ਦੀਆਂ ਸਾਰੀਆਂ ਪੋਇਮਸ, ਜਿਵੇਂ ਕਿ ਪਹਿਲੀ ਪੋਇਮ ਪ੍ਰੇਅਰ ਆਫ ਦਾ ਵੁਡਸ, ਸੈਕਿੰਡ ਔਨ ਫਰੈਂਡਸ਼ਿਪ, ਥਰਡ ਦਾ ਐਕੋਇੰਗ ਗ੍ਰੀਨ, fourth once upon a time, 6th father returning home, 7th the road not taken, 8th on his blindness। ਇਹ ਸਾਰੀਆਂ ਪੋਇਮਸ ਅਸੀਂ ਸਮਝ ਚੁੱਕੇ ਹਾਂ। ਇਸੇ ਤਰ੍ਹਾਂ ਸੈਕਸ਼ਨ ਸੀ ਦੀਆਂ ਸਾਰੀਆਂ ਸਟੋਰੀਜ਼, ਜਿਵੇਂ ਕਿ ਪਹਿਲੀ ਸਟੋਰੀ ਦਾ ਸਕੂਲ ਫॉर ਸਿੰਪਥੀ, ਸੈਕਿੰਡ ਆ ਕਮਿਲੀਅਨ, ਥਰਡ ਪੋਲੀ, ਫੋਰਥ ਦਾ ਗੋਲਡ ਫਰੇਮ, ਫਿਫਥ ਦਾ ਬਾਬਰਸ ਟ੍ਰੇਡ ਯੂਨੀਅਨ ਅਤੇ 6th ਦਾ ਬੁਲ ਬਨੀਥ ਦਾ ਅਰਥ। ਅਸੀਂ ਇਹ ਸਾਰੀਆਂ ਸਟੋਰੀਜ਼ ਕਵਰ ਕਰ ਚੁੱਕੇ ਹਾਂ। ਮੈਂ ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਇਹਨਾਂ ਦੇ ਹਰ ਤਰ੍ਹਾਂ ਦੇ ਕੁਐਸਚਨ ਆਨਸਰਸ ਦੇ ਵੀਡੀਓਜ਼ ਅਤੇ ਐਕਸਰਸਾਈਜ਼ਿਜ਼ ਵਿਦ ਸੋਲੂਸ਼ਨ ਦੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸ ਸਮੇਂ ਅਸੀਂ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਦੀਆਂ ਐਕਸਰਸਾਈਜ਼ਿਜ਼ ਵਿਦ ਸੋਲੂਸ਼ਨ ਡਿਸਕਸ ਕਰ ਰਹੇ ਹਾਂ। ਜੇਕਰ ਤੁਸੀਂ ਇਹ ਸਾਰੇ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਕੰਪਲਸਰੀ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਸਟੂਡੈਂਟ, ਸਾਡੀ ਗ੍ਰਾਮਰ ਪ੍ਰੈਕਟਿਸਿਸ ਦੀ ਸੈਕਿੰਡ ਐਕਸਰਸਾਈਜ਼ ਹੈ ਕਿ ਫਿਲ ਇਨ ਦਾ ਬਲੈਂਕਸ ਵਿਦ ਸੁਟੇਬਲ ਡਿਟਰਮੀਨਰਸ। ਤਾਂ ਸਾਡੇ ਕੋਲੇ 10 ਸੈਂਟੈਂਸਸ ਦਿੱਤੇ ਹੋਏ ਬੱਚਿਓ। ਤਾਂ ਉਸ ਦੇ ਵਿੱਚ ਸਾਡੇ ਕੋਲੇ ਹਰ ਇੱਕ ਸੈਂਟੈਂਸ ਦੇ ਵਿੱਚ 2-2 ਆਪਸ਼ਨਸ ਹੈ। ਇਹ ਦੋਵੇਂ ਹੀ ਡਿਟਰਮੀਨਰਸ ਨੇ, ਪਰੰਤੂ ਇਹਨਾਂ ਦੇ ਵਿੱਚੋਂ ਇੱਕ ਠੀਕ ਹੈ ਤੇ ਇੱਕ ਗਲਤ ਹੈ। ਸਾਨੇ ਉਹੀ ਦੱਸਣਾ ਹੈ ਕਿ ਕਿਹੜਾ ਡਿਟਰਮੀਨਰ ਠੀਕ ਹੈ, ਜੋ ਕਿ ਅਸੀਂ ਫਿਲ ਇਨ ਦਾ ਬਲੈਂਕ ਵਿੱਚ ਭਰਾਂਗੇ। ਤਾਂ ਸਟੂਡੈਂਟ, ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਡਿਟਰਮੀਨਰਸ ਹੁੰਦੇ ਕੀ ਨੇ। ਮੈਂ ਪਹਿਲਾਂ ਵੀ 1-2 ਐਕਸਰਸਾਈਜ਼ਿਜ਼ ਕਰਵਾਈਆਂ ਨੇ ਜੋ ਕਿ ਤੁਹਾਡੇ ਟੈਕਸਚੁਅਲ ਐਕਸਰਸਾਈਜ਼ਿਜ਼ ਦੇ ਵਿੱਚ ਆਈਆਂ ਨੇ। ਮੈਂ ਤੁਹਾਨੂੰ ਦੱਸਿਆ ਸੀ ਕਿ ਡਿਟਰਮੀਨਰਸ ਅਜਿਹੇ ਸ਼ਬਦ ਹੁੰਦੇ ਨੇ ਜਿਹੜੇ ਨਾਊਨਸ ਜਾਂ ਪ੍ਰੋਨਾਊਨਸ ਦੇ ਅੱਗੇ ਆ ਕੇ ਉਹਨਾਂ ਵੱਲ ਇਸ਼ਾਰਾ ਵੀ ਕਰਦੇ ਨੇ ਅਤੇ ਉਹਨਾਂ ਨੂੰ ਮੋਡੀਫਾਈ ਵੀ ਕਰਦੇ ਨੇ, ਮਤਲਬ ਕਿ ਉਹਨਾਂ ਬਾਰੇ ਸਾਨੂੰ ਕੁਝ ਦੱਸਦੇ ਨੇ। ਤਾਂ ਅਸੀਂ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਬੱਚਿਓ ਆਪਣੀ ਐਕਸਰਸਾਈਜ਼ ਸ਼ੁਰੂ ਕਰਦੇ ਹਾਂ। ਦੇਖੋ, ਸਾਡਾ ਪਹਿਲਾ ਸੈਂਟੈਂਸ ਹੈ ਕਿ ਹੀ ਡਿਡ ਨੋਟ ਮੇਕ ਡੈਸ਼ ਮਿਸਟੇਕਸ ਇਨ ਹਿਜ਼ ਐਸੇ। ਉਸਨੇ ਆਪਣੇ ਐਸੇ 'ਚ ਕੋਈ ਵੀ ਗਲਤੀ ਨਹੀਂ ਕੀਤੀ। ਬੱਚਿਓ, ਇੱਥੇ ਸਾਡੇ ਕੋਲੇ 2 ਡਿਟਰਮੀਨਰਸ ਦਿੱਤੇ ਹੋਏ ਆ, ਸਮ ਐਂਡ ਐਨੀ। ਦੋਨਾਂ ਦੇ ਵਿੱਚੋਂ ਇੱਕ ਆਏਗਾ। ਬੜਾ ਸਿੰਪਲ ਹੈ ਜੀ ਕਿ ਜੇਕਰ ਸਾਡਾ ਸੈਂਟੈਂਸ ਨੈਗੇਟਿਵ ਹੈ ਤਾਂ ਅਸੀਂ ਉੱਥੇ ਐਨੀ ਯੂਜ਼ ਕਰਦੇ ਹਾਂ। ਨੈਗੇਟਿਵ ਸੈਂਟੈਂਸਿਸ ਦੇ ਲਈ ਬੱਚਿਓ ਅਸੀਂ ਐਨੀ ਯੂਜ਼ ਕਰਦੇ ਹਾਂ। ਜੇਕਰ ਇਹ ਸੈਂਟੈਂਸ ਪੋਜ਼ਿਟਿਵ ਹੁੰਦਾ ਤਾਂ ਫਿਰ ਅਸੀਂ ਸਮ ਯੂਜ਼ ਕਰਦੇ। ਤਾਂ ਬੜਾ ਸਿੰਪਲ ਹੈ ਕਿ ਹਾਂ ਵਾਚਕ ਵਾਕਾਂ ਦੇ ਲਈ ਅਸੀਂ ਸਮ ਯੂਜ਼ ਕਰਦੇ ਹਾਂ, ਲੇਕਿਨ ਨਾ ਵਾਚਕ ਵਾਕਾਂ ਦੇ ਲਈ ਅਸੀਂ ਐਨੀ ਯੂਜ਼ ਕਰਦੇ ਹਾਂ। ਇੰਟਰੋਗੇਟਿਵ ਸੈਂਟੈਂਸਿਸ ਦੇ ਵਿੱਚ ਬੱਚਿਓ ਦੋਵੇਂ ਯੂਜ਼ ਹੋ ਜਾਂਦੇ ਨੇ, ਲੇਕਿਨ ਉਹ ਆਨਸਰ ਦੇ ਹਿਸਾਬ ਦੇ ਨਾਲ ਯੂਜ਼ ਹੁੰਦੇ ਨੇ। ਜੇਕਰ ਇੰਟਰੋਗੇਟਿਵ ਸੈਂਟੈਂਸ ਦਾ ਸਾਨੂੰ ਲੱਗੇ ਕਿ ਆਨਸਰ ਹਾਂ ਪੱਖੀ ਹੈ ਤਾਂ ਅਸੀਂ ਉੱਥੇ ਸਮ ਯੂਜ਼ ਕਰਦੇ ਹਾਂ, ਪਰੰਤੂ ਜੇਕਰ ਸਾਨੂੰ ਪ੍ਰਸ਼ਨਵਾਚਕ ਵਾਕ ਦਾ ਆਨਸਰ ਇਹ ਲੱਗੇ ਕਿ ਨਾ ਚਾਹੇਗਾ ਤਾਂ ਅਸੀਂ ਉੱਥੇ ਐਨੀ ਯੂਜ਼ ਕਰਦੇ ਹਾਂ। ਮੈਂ ਤੁਹਾਨੂੰ ਇਹਦੇ ਬਾਰੇ ਵਿਸਥਾਰ ਦੇ ਵਿੱਚ ਸਮਝਾਊਂਗਾ। ਅਸੀਂ ਸਾਡੀਆਂ ਗ੍ਰਾਮਰ ਦੇ ਵਿੱਚ ਦਿੱਤੀਆਂ ਹੋਈਆਂ ਡਿਟਰਮੀਨਰਸ ਵਾਲੀਆਂ ਐਕਸਰਸਾਈਜ਼ਿਜ਼ ਨੂੰ ਬਹੁਤ ਹੀ ਡਿਟੇਲ ਦੇ ਵਿੱਚ ਕਰਾਂਗੇ। ਮੈਂ ਗ੍ਰਾਮਰ ਵਾਲੇ ਵੀਡੀਓਜ਼ ਦੇ ਵਿੱਚ ਇਹ ਸਾਰਾ ਟੌਪਿਕ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਸਮਝਾਵਾਂਗਾ। ਸੈਕਿੰਡ ਹੈ ਜੀ ਕਿ ਆਈ ਹੈਵ ਲੋਸਟ ਐਪੀਟਾਈਟ ਸੋ ਆਈ ਡਿਡ ਨੋਟ ਈਟ ਡੈਸ਼ ਬਨਾਨਾਸ।
ਕਿ ਮੈਨੂੰ ਭੁੱਖ ਨਹੀਂ ਸੀ। ਐਪੀਟਾਈਟ ਦਾ ਮਤਲਬ ਭੁੱਖ ਹੁੰਦਾ ਬੱਚਿਓ। ਇਸ ਕਰਕੇ ਮੈਂ ਕੋਈ ਵੀ ਬਨਾਨਾ ਨਹੀਂ ਖਾਧਾ। ਤਾਂ ਦੇਖੋ ਬੱਚਿਓ, ਫਿਰ ਪਹਿਲੀ ਵਾਲੀ ਗੱਲ ਇਹ ਹੈ ਡਿਡ ਨਾਟ। ਤਾਂ ਡਿਡ ਨਾਟ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਅਗੇਨ ਇੱਕ ਨਾਵਾਚਕ ਵਾਕ ਹੈ, ਨੈਗੇਟਿਵ ਸੈਂਟੈਂਸ ਹੈ। ਇਸ ਕਰਕੇ ਅਸੀਂ ਐਨੀ ਹੀ ਯੂਜ਼ ਕਰਾਂਗੇ। ਤਾਂ ਸਾਡਾ ਆਨਸਰ ਹੋਇਆ ਜੀ ਐਨੀ। ਤੀਸਰਾ ਹੈ ਜੀ ਕਿ ਆਈ ਮਸਟ ਸਾਈਨ ਡੈਸ਼ ਵਿਲ, ਕਿ ਮੈਨੂੰ ਵਸੀਅਤ ਸਾਈਨ ਕਰਨੀ ਚਾਹੀਦੀ ਹੈ, ਉਸ ਦੇ ਉੱਪਰ ਮੈਨੂੰ ਸਿਗਨੇਚਰ ਕਰਨੇ ਚਾਹੀਦੇ ਨੇ। ਇੱਥੇ ਵਿਲ ਦਾ ਮਤਲਬ ਹੈ ਬੱਚਿਓ ਵਸੀਅਤ। ਤਾਂ ਸਾਡੇ ਕੋਲੇ ਦੋ ਡਿਟਰਮੀਨਰਸ ਨੇ ਜੀ, ਇੱਕ ਐਨ ਇੱਕ ਦਾ। ਤਾਂ ਬੱਚਿਓ ਜੇ ਅਸੀਂ ਐਨ ਦੇਖੀਏ ਤਾਂ ਐਨ ਤਾਂ ਆਣਾ ਹੀ ਨਹੀਂ ਹੈ, ਬਿਕੋਜ਼ ਜਿਹੜਾ ਵਿਲ ਹੈ ਇਹ ਇੱਕ ਕੌਨਸੋਨੈਂਟ ਦੀ ਆਵਾਜ਼ ਨਾਲ ਸ਼ੁਰੂ ਹੋ ਰਿਹਾ ਹੈ। ਜੇਕਰ ਅਸੀਂ ਇਸ ਨੂੰ ਪੰਜਾਬੀ 'ਚ ਲਿਖੀਏ ਤਾਂ ਇਹ ਇਸ ਤਰ੍ਹਾਂ ਲਿਖਿਆ ਜਾਂਦਾ ਹੈ, ਵਿਲ ਵਾਵੇ ਵ ਦੀ ਆਵਾਜ਼ 'ਚ ਸ਼ੁਰੂ ਹੋ ਰਿਹਾ ਹੈ, ਜੋ ਕਿ ਇੱਕ ਵਿਅੰਜਨ ਦੀ ਆਵਾਜ਼ ਹੈ, ਕੌਨਸੋਨੈਂਟ ਦੀ ਆਵਾਜ਼ ਹੈ। ਇਸ ਕਰਕੇ ਐਨ ਤਾਂ ਨਹੀਂ ਆਏਗਾ, ਤਾਂ ਦਾ ਹੀ ਆਏਗਾ। ਲੇਕਿਨ ਇਹ ਇਸ ਦਾ ਪ੍ਰੋਪਰ ਆਨਸਰ ਨਹੀਂ ਹੈ। ਇਸ ਦਾ ਪ੍ਰੋਪਰ ਆਨਸਰ ਇਹ ਹੈ ਕਿਉਂਕਿ ਮੈਨੂੰ ਸਾਈਨ ਕਰਨੀ ਚਾਹੀਦੀ ਹੈ। ਹੁਣ ਦੇਖੋ ਸਾਈਨ ਕਰਨ ਦੀ ਗੱਲ ਪਹਿਲਾਂ ਆ ਗਈ, ਆਈ ਮਸਟ ਸਾਈਨ, ਮੈਨੂੰ ਸਾਈਨ ਕਰਨੀ ਚਾਹੀਦੀ ਹੈ। ਦੈਟ ਮੀਨਸ ਉਸਨੇ ਸਾਈਨ ਕਰਨੇ। ਹੁਣ ਕਿਤੇ ਤਾਂ ਸਾਈਨ ਕਰੂਗਾ ਨਾ, ਦੈਟ ਮੀਨਸ ਜਿਸ ਚੀਜ਼ ਤੇ ਉਹ ਸਾਈਨ ਕਰੇਗਾ ਉਹ ਚੀਜ਼ ਖਾਸ ਬਣ ਗਈ। ਤਾਂ ਜਦੋਂ ਸਾਈਨ ਕਰਨ ਦੀ ਗੱਲ ਪਹਿਲਾਂ ਆ ਗਈ ਤਾਂ ਜਿਸ ਚੀਜ਼ ਤੇ ਸਾਈਨ ਕਰਨੀ ਹੈ ਉਹ ਖਾਸ ਚੀਜ਼ ਬਣ ਗਈ। ਤਾਂ ਅਸੀਂ ਕਿਸੇ ਵੀ ਖਾਸ ਚੀਜ਼ ਦੇ ਲਈ ਦਾ ਯੂਜ਼ ਕਰਦੇ ਹਾਂ, ਇਸ ਕਰਕੇ ਇੱਥੇ ਦਾ ਆਏਗਾ। ਤਾਂ ਇਹ ਇਸ ਦਾ ਪ੍ਰੋਪਰ ਆਨਸਰ ਹੈ। ਲੇਕਿਨ ਤੁਸੀਂ ਇਸ ਤਰੀਕੇ ਨਾਲ ਵੀ ਸਮਝ ਸਕਦੇ ਹੋ ਕਿ ਐਨ ਕਿਉਂ ਨਹੀਂ ਆ ਸਕਦਾ, ਬਿਕੋਜ਼ ਵਿਲ ਦੀ ਜਿਹੜੀ ਆਵਾਜ਼ ਹੈ ਉਹ ਕੌਨਸੋਨੈਂਟ ਦੀ ਆਵਾਜ਼ ਤੋਂ ਸ਼ੁਰੂ ਹੁੰਦੀ ਹੈ। ਇਸ ਕਰਕੇ ਅਸੀਂ ਉੱਥੇ ਐਨ ਨਹੀਂ ਯੂਜ਼ ਕਰ ਸਕਦੇ। ਹੁਣ ਬੱਚਿਓ ਇੱਥੇ ਜੇ ਐਨ ਦੀ ਥਾਂ ਤੇ ਇਹ ਹੁੰਦਾ, ਸਪੋਜ਼ ਕਰੋ ਸਾਡੇ ਕੋਲੇ ਏ ਤੇ ਦਾ ਦੋ ਆਪਸ਼ਨਸ ਦਿੱਤੀਆਂ ਹੁੰਦੀਆਂ, ਤਾਂ ਵੀ ਅਸੀਂ ਦਾ ਹੀ ਯੂਜ਼ ਕਰਦੇ। ਉੱਥੇ ਏ ਵਾਲਾ ਅਸੀਂ ਆਪਸ਼ਨ ਹੈ ਉਹ ਨਹੀਂ ਯੂਜ਼ ਕਰ ਸਕਦੇ ਸੀ, ਬਿਕੋਜ਼ ਇੱਥੇ ਜਿਹੜਾ ਪ੍ਰੋਪਰ ਆਨਸਰ ਹੈ ਉਹ ਮਸਟ ਸਾਈਨ ਦੇ ਵਿੱਚ ਛੁਪਿਆ ਹੋਇਆ ਹੈ। ਗੱਲ ਪਹਿਲਾਂ ਹੀ ਆ ਗਈ ਵਿਲ ਦੀ ਕਿ ਸਾਈਨ ਕਰਨੀ ਪੈਣੀ ਹੈ ਮੈਨੂੰ, ਇਸ ਕਰਕੇ ਅਸੀਂ ਵਿਲ ਦੇ ਅੱਗੇ ਦਾ ਲਗਾਵਾਂਗੇ। ਫੋਰਥ ਹੈ ਜੀ ਸਾਡਾ ਸੈਂਟੈਂਸ ਕਿ ਵੈਨ ਆਈ ਥਿੰਕ ਆਫ ਇੰਡੀਆ ਆਈ ਥਿੰਕ ਆਫ ਡੈਸ਼ ਥਿੰਗਸ, ਕਿ ਜਦੋਂ ਮੈਂ ਇੰਡੀਆ ਬਾਰੇ ਸੋਚਦਾ ਤਾਂ ਮੈਨੂੰ ਡੈਸ਼ ਚੀਜ਼ਾਂ ਦਾ ਧਿਆਨ ਆਉਂਦਾ ਹੈ। ਸਮ ਦਾ ਮਤਲਬ ਕੁਝ, ਮੈਨੀ ਦਾ ਮਤਲਬ ਕਈ। ਤਾਂ ਬੱਚਿਓ ਇੱਥੇ ਆਏਗਾ ਮੈਨੀ। ਜੇਕਰ ਤੁਸੀਂ ਨਾ ਇਸ ਦਾ ਆਨਸਰ ਸੋਚੋ ਤਾਂ ਇਸ ਦਾ ਨਾ ਆਨਸਰ ਆਟੋਮੈਟਿਕਲੀ ਸਾਡੇ ਦਿਮਾਗ 'ਚ ਆਉਂਦਾ ਹੈ ਕਿ ਜਦੋਂ ਵੀ ਅਸੀਂ ਇੰਡੀਆ ਬਾਰੇ ਸੋਚਦੇ ਹਾਂ ਤਾਂ ਇੰਡੀਆ ਬਾਰੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪਤਾ ਚੱਲਦੀਆਂ ਨੇ। ਇੰਡੀਆ ਕੋਈ ਛੋਟਾ ਮੋਟਾ ਦੇਸ਼ ਨਹੀਂ ਹੈ ਬੱਚਿਓ, ਬਹੁਤ ਹੀ ਵੱਡਾ ਵਿਸ਼ਾਲ ਦੇਸ਼ ਹੈ। ਤਾਂ ਉੱਥੇ ਸਮ ਥਿੰਗਸ ਵਾਲੀਆਂ ਜਿਹੜੀ ਇੱਕ ਚੀਜ਼ ਹੈ ਨਾ ਉਹ ਸਾਨੂੰ ਸਹੀ ਨਹੀਂ ਲੱਗਦੀ। ਹਾਲਾਂਕਿ ਜੇ ਆਪਾਂ ਦੇਖੀਏ ਨਾ ਕਿ ਆਈ ਥਿੰਕ ਆਫ ਸਮ ਥਿੰਗਸ, ਇਹ ਸੈਂਟੈਂਸ ਗਲਤ ਨਹੀਂ ਹੈ। ਮਤਲਬ ਜੇ ਆਪਾਂ ਲਿਖੀਏ ਇਸ ਦੇ ਵਿੱਚ ਕੋਈ ਗ੍ਰਾਮੈਟੀਕਲ ਐਰਰ ਨਹੀਂ ਹੈ, ਬਿਕੋਜ਼ ਇੱਥੇ ਜਿਹੜੀ ਪੋਜ਼ਿਟਿਵ ਸੈਂਟੈਂਸ ਹੈ ਇਹ ਹਾਂ ਵਾਚਕ ਵਾਕ ਹੈ। ਲੇਕਿਨ ਹਾਂ ਵਾਚਕ ਵਾਕ ਦੇ ਨਾਲ ਸਾਨੂੰ ਬੱਚਿਓ ਸੈਂਟੈਂਸ ਦਾ ਨਾ ਸਾਨੂੰ ਆਈਡੀਆ ਦੇਖਣਾ ਪੈਂਦਾ ਹੈ ਕਿ ਕਿਸ ਆਈਡੀਆ ਦੇ ਉੱਪਰ ਸੈਂਟੈਂਸ ਬੇਸਡ ਹੈ। ਤਾਂ ਇਹ ਆਈਡੀਆ ਕੀ ਹੈ ਇੱਥੇ ਇੰਡੀਆ ਦੀ ਗੱਲ ਹੋ ਰਹੀ ਹੈ। ਇੰਡੀਆ ਬਹੁਤ ਵਿਸ਼ਾਲ ਦੇਸ਼ ਹੈ। ਕਿਉਂਕਿ ਇੰਡੀਆ ਬਹੁਤ ਵਿਸ਼ਾਲ ਦੇਸ਼ ਹੈ ਤਾਂ ਇਸ ਕਰਕੇ ਇਸ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਦੇ ਬਾਰੇ ਅਸੀਂ ਸੋਚ ਸਕਦੇ ਹਾਂ। ਇਸ ਕਰਕੇ ਅਸੀਂ ਇੱਥੇ ਮੈਨੀ ਹੀ ਲਾਵਾਂਗੇ, ਸਮ ਨਹੀਂ ਲਗਾਵਾਂਗੇ। ਸਟੂਡੈਂਟ ਸਾਡਾ ਫਿਫਥ ਸੈਂਟੈਂਸ ਜੋ ਹੈ ਉਹ ਸਮਝਣ ਵਾਲਾ ਹੈ, ਥੋੜਾ ਟ੍ਰਿਕੀ ਹੈ। ਡੈਸ਼ ਆਫ ਪੀਪਲ ਗੋ ਵਿਦਾਊਟ ਫੂਡ ਇਨ ਇੰਡੀਆ ਐਵਰੀ ਡੇ, ਕਿ ਰੋਜ਼ ਭਾਰਤ ਦੇ ਵਿੱਚ ਕਾਫੀ ਸਾਰੇ ਲੋਕ ਬਿਨਾਂ ਭੋਜਨ ਤੋਂ ਰਹਿ ਜਾਂਦੇ ਨੇ, ਉਹਨਾਂ ਨੂੰ ਭੋਜਨ ਨਹੀਂ ਮਿਲਦਾ, ਭੁੱਖੇ ਰਹਿ ਜਾਂਦੇ ਨੇ ਉਹ। ਤਾਂ ਬੱਚਿਓ ਇੱਥੇ ਸਾਡੇ ਕੋਲੇ ਦੋ ਡਿਟਰਮੀਨਰ ਦਿੱਤੇ ਹੋਏ ਹੈ, ਇੱਕ ਹੈ ਅਲੋਟ, ਦੂਜਾ ਹੈ ਲੋਟ। ਆਪਾਂ ਸਾਈਡ ਤੇ ਇਸ ਨੂੰ ਲਿਖ ਕੇ ਸਮਝਦੇ ਹਾਂ। ਪਹਿਲਾ ਹੈ ਜੀ ਅਲੋਟ, ਦੂਜਾ ਦੇ ਰੱਖਿਆ ਲੋਟ। ਤੇ ਤੁਸੀਂ ਦੇਖੋ ਕਿ ਦੋਵੇਂ ਡਿਟਰਮੀਨਰਸ ਤੋਂ ਬਾਅਦ ਆਫ ਲੱਗਿਆ ਹੋਇਆ, ਦੈਟ ਮੀਨਸ ਅਲੋਟ ਆਫ ਜਾਂ ਲੋਟ ਆਫ, ਇਹੀ ਬਣੀ ਗੱਲ ਨਾ। ਤਾਂ ਬੱਚਿਓ ਗ੍ਰਾਮਰ ਦੇ ਵਿੱਚ ਨਾ ਲੋਟ ਆਫ ਡਿਟਰਮੀਨਰ ਹੈ ਹੀ ਨਹੀਂ, ਇਹ ਹੁੰਦਾ ਹੈ ਲੋਟਸ ਆਫ। ਲੋਟਸ ਆਫ ਹੁੰਦਾ ਹੈ। ਜੇ ਤਾਂ ਲੋਟਸ ਆਫ ਹੁੰਦਾ ਫਿਰ ਤਾਂ ਅਸੀਂ ਇਸ ਨੂੰ ਕੰਸੀਡਰ ਕਰਦੇ, ਪਰੰਤੂ ਕਿਉਂਕਿ ਲੋਟਸ ਆਫ ਹੈ ਹੀ ਨਹੀਂ, ਇੱਥੇ ਐਸ ਨਹੀਂ ਲੱਗਿਆ ਹੋਇਆ, ਤਾਂ ਇਹ ਲੋਟ ਆਫ ਵਾਲਾ ਜਿਹੜਾ ਡਿਟਰਮੀਨਰ ਹੈ ਇਹ ਗ੍ਰਾਮਰ 'ਚ ਹੈ ਹੀ ਨਹੀਂ। ਇੱਕੋ ਹੀ ਸਾਡੇ ਕੋਲੇ ਬਚ ਜਾਂਦਾ ਹੈ ਜੀ, ਉਹ ਹੈ ਅਲੋਟ ਆਫ। ਤਾਂ ਅਸੀਂ ਇੱਥੇ ਆਨਸਰ ਲਿਖਾਂਗੇ ਅਲੋਟ ਆਫ। ਹੁਣ ਅਲੋਟ ਆਫ ਦਾ ਮਤਲਬ ਹੁੰਦਾ ਹੈ ਜੀ ਬਹੁਤ ਸਾਰੇ। ਹੁਣ ਮੈਂ ਤੁਹਾਨੂੰ ਲੋਟਸ ਆਫ ਦੇ ਬਾਰੇ ਵੀ ਦੱਸ ਦਿੰਦਾ। ਲੋਟਸ ਆਫ ਤੇ ਅਲੋਟ ਆਫ ਦੋਨਾਂ ਦਾ ਇੱਕੋ ਹੀ ਮਤਲਬ ਹੈ। ਇਹਨਾਂ ਦੋਨਾਂ ਦਾ ਮਤਲਬ ਹੈ ਜੀ ਬਹੁਤ ਸਾਰੇ। ਇੱਕ ਵਾਰੀ ਫੇਰ ਸੁਣੋ, ਲੋਟ ਆਫ ਡਿਟਰਮੀਨਰ ਹੈ ਹੀ ਨਹੀਂ ਗ੍ਰਾਮਰ 'ਚ, ਜਾਂ ਤਾਂ ਅਲੋਟ ਆਫ ਹੁੰਦਾ ਹੈ ਜਾਂ ਲੋਟਸ ਆਫ ਹੁੰਦਾ ਹੈ, ਦੋਨਾਂ ਦਾ ਮਤਲਬ ਇੱਕੋ ਹੀ ਹੁੰਦਾ ਹੈ। ਅੱਛਾ, ਇਹਨਾਂ ਦੋਨਾਂ ਦੀ ਖਾਸੀਅਤ ਹੈ ਕਿ ਇਹ ਦੋਨੇ ਡਿਟਰਮੀਨਰਸ ਨਾਊਨ ਤੋਂ ਪਹਿਲਾਂ ਆਉਂਦੇ ਨੇ। ਹੁਣ ਤੁਸੀਂ ਦੇਖੋ ਇਸ ਸੈਂਟੈਂਸ ਦੇ ਵਿੱਚ ਇਹ ਪੀਪਲ ਤੋਂ ਪਹਿਲਾਂ ਆਏ ਨੇ, ਜਾਂ ਤਾਂ ਆਪਾਂ ਇਸ ਦੇ ਅੱਗੇ ਅਲੋਟ ਆਫ ਲਗਾ ਦਈਏ ਜਾਂ ਆਪਾਂ ਲੋਟਸ ਆਫ ਵੀ ਲਗਾ ਸਕਦੇ ਸੀ, ਪਰੰਤੂ ਸਾਨੂੰ ਦਿੱਤਾ ਨਹੀਂ ਹੋਇਆ। ਇਹਨਾਂ ਦੀ ਖਾਸੀਅਤ ਦੋਨਾਂ ਦੀ ਡਿਟਰਮੀਨਰਸ ਦੀ ਇਹ ਹੈ ਕਿ ਇਹ ਸੈਂਟੈਂਸ ਦੇ ਵਿੱਚ ਨਾਊਨ ਤੋਂ ਪਹਿਲਾਂ ਆਉਂਦੇ ਨੇ। ਪਰੰਤੂ ਇੱਕ ਹੋਰ ਡਿਟਰਮਿਨ ਹੁੰਦਾ ਬੱਚਿਓ, ਬੜਾ ਕਨਫਿਊਜ਼ਿੰਗ ਹੈ, ਉਹ ਹੈ ਅਲੋਟ। ਅਲੋਟ ਵੀ ਇੱਕ ਡਿਟਰਮੀਨਰ ਹੈ। ਮੈਂ ਤੁਹਾਨੂੰ ਦੱਸਿਆ ਕਿ ਲੋਟ ਆਫ ਦਾ ਡਿਟਰਮੀਨਰ ਨਹੀਂ ਹੈ, ਪਰੰਤੂ ਅਲੋਟ ਜ਼ਰੂਰ ਹੈ। ਜਿਹੜਾ ਅਲੋਟ ਡਿਟਰਮੀਨਰ ਦਾ ਮਤਲਬ ਵੀ ਸੇਮ ਹੈ, ਇਹਨਾਂ ਤਿੰਨਾਂ ਦਾ ਮਤਲਬ ਸੇਮ ਹੈ।
ਆ ਲੋਟ ਆਫ ਦਾ ਵੀ, ਲੋਟਸ ਆਫ ਦਾ ਵੀ, ਆ ਲੋਟ ਦਾ ਵੀ, ਤਿੰਨਾਂ ਦਾ ਮਤਲਬ ਇੱਕੋ ਹੀ ਹੈ, ਬਹੁਤ ਸਾਰੇ। ਪਰੰਤੂ ਜਿਹੜਾ ਬੱਚੇ ਉਹ ਅਲੋਟ ਵਾਲਾ ਡਿਟਰਮੀਨਰ ਹੈ ਨਾ, ਇਹ ਨਾਊਨ ਦੇ ਅੱਗੇ ਨਹੀਂ ਆਉਂਦਾ। ਇਹ ਆਮ ਤੌਰ ਤੇ ਐਡਵਰਬ ਦੇ ਤੌਰ ਤੇ ਯੂਜ਼ ਹੁੰਦਾ ਹੈ। ਆਮ ਤੌਰ ਤੇ ਤੁਸੀਂ ਇਸ ਨੂੰ ਸੈਂਟੈਂਸ ਦੇ ਵਿੱਚ ਪਿੱਛੇ ਪਾਇਆ ਹੋਇਆ ਦੇਖੋਗੇ। ਜਿਵੇਂ ਆਪਾਂ ਕਈ ਵਾਰੀ ਕਿਸੇ ਨੂੰ ਥੈਂਕਸ ਕਰਨੀ ਹੋਵੇ ਤਾਂ ਆਪਾਂ ਕੀ ਕਹਿ ਦਿੰਦੇ ਆ ਕਿ ਥੈਂਕਸ ਆ ਲੋਟ, ਤਾਂ ਅਸੀਂ ਇਸ ਤਰ੍ਹਾਂ ਲਿਖ ਦਿੰਦੇ ਆ ਥੈਂਕਸ ਆ ਲੋਟ, ਕਿ ਬਹੁਤ ਸ਼ੁਕਰੀਆ। ਹੁਣ ਇੱਥੇ ਆ ਲੋਟ ਦਾ ਮਤਲਬ ਫੇਰ ਬਹੁਤ ਤੋਂ ਹੈ, ਬਟ ਅਸੀਂ ਇਸ ਨੂੰ ਪਿੱਛੇ ਲਗਾਇਆ। ਤਾਂ ਬੱਚਿਓ ਇਹੀ ਟ੍ਰਿਕ ਹੈ, ਤੁਸੀਂ ਯਾਦ ਰੱਖਣਾ ਹੈ ਕਿ ਜਿਹੜਾ ਆ ਲੋਟ ਡਿਟਰਮੀਨਰ ਹੈ ਇਹ ਸੈਂਟੈਂਸ ਦੇ ਆਮ ਤੌਰ ਤੇ ਪਿੱਛੇ ਆਉਂਦਾ ਹੈ, ਇਸ ਦੇ ਪਿੱਛੇ ਕੋਈ ਨਾਊਨ ਨਹੀਂ ਆਉਂਦਾ। ਲੇਕਿਨ ਨਾਊਨ ਤੋਂ ਪਹਿਲਾਂ ਦੋ ਹੀ ਡਿਟਰਮੀਨਰ ਆਉਂਦੇ ਨੇ, ਉਹ ਹੈ ਇੱਕ ਆ ਲੋਟ ਆਫ ਤੇ ਦੂਸਰਾ ਹੈ ਲੋਟਸ ਆਫ। ਲੋਟ ਆਫ ਵਾਲਾ ਡਿਟਰਮੀਨਰ ਗ੍ਰਾਮਰ 'ਚ ਹੈ ਹੀ ਨਹੀਂ। ਸਾਡਾ 6th ਸੈਂਟੈਂਸ ਹੈ ਬੱਚਿਓ ਕਿ ਸ਼ੀ ਸੈਡ ਡੈਸ਼ ਪੈਨ ਇਜ਼ ਮਾਈਟੀਅਰ ਦੈਨ ਦਾ ਸਵੋਰਡ। ਤਾਂ ਉਸਨੇ ਕਿਹਾ ਕਿ ਤਲਵਾਰ ਨਾਲੋਂ ਕਲਮ ਜ਼ਿਆਦਾ ਤਾਕਤਵਰ ਹੁੰਦੀ ਹੈ। ਤਾਂ ਬੱਚਿਓ ਇਹ ਤਾਂ ਕਹਾਵਤ ਹੈ, ਇਹ ਤਾਂ ਅਸੀਂ 6ਵੀਂ 7ਵੀਂ ਤੋਂ ਪੜ੍ਹ ਰਹੇ ਹਾਂ। ਜਿਹੜੀਆਂ ਕਹਾਵਤਾਂ ਹੁੰਦੀਆਂ ਬੱਚਿਓ ਉਹਨੂੰ ਐਜ਼ ਇਟ ਇਜ਼ ਹੀ ਲਿਖਿਆ ਜਾਂਦਾ ਹੈ, ਇਸ ਕਰਕੇ ਪੈਨ ਦੇ ਅੱਗੇ ਦਾ ਹੀ ਆਏਗਾ ਕਿ ਦਾ ਪੈਨ ਇਜ਼ ਮਾਈਟੀਅਰ ਦੈਨ ਦਾ ਸਵੋਰਡ। ਤਾਂ ਇਹ ਇੱਕ ਕਹਾਵਤ ਹੋਣ ਕਰਕੇ, ਸੇਇੰਗ ਹੋਣ ਕਰਕੇ ਅਸੀਂ ਇਸ ਨੂੰ ਐਵੇਂ ਹੀ ਲਿਖਾਂਗੇ, ਕਿਉਂਕਿ ਇੱਥੇ ਜਿਹੜਾ ਪੈਨ ਹੈ ਨਾ ਇਸ ਨੂੰ ਖਾਸ ਬਣਾਇਆ ਗਿਆ ਹੈ। ਪੈਨ ਦਾ ਮਤਲਬ ਉਹ ਸਾਰੀਆਂ ਕਲਮਾਂ ਤੋਂ ਹੈ ਜਿਸ ਦੇ ਨਾਲ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਇਸ ਕਰਕੇ ਇੱਥੇ ਇਸ ਕਲਮ ਨੂੰ ਇੱਕ ਕਾਮਨ ਨਾਊਨ ਨਾ ਰੱਖ ਕੇ ਪ੍ਰੋਪਰ ਨਾਊਨ ਬਣਾਇਆ ਗਿਆ, ਇਸ ਕਰਕੇ ਇਸ ਦੇ ਅੱਗੇ ਦਾ ਲੱਗਿਆ ਹੋਇਆ, ਤਾਂ ਅਸੀਂ ਇਸ ਦੇ ਅੱਗੇ ਦਾ ਹੀ ਲਾਵਾਂਗੇ। ਇਸ ਦਾ ਆਨਸਰ ਦਾ ਹੈ। 7th ਹੈ ਜੀ ਕਿ ਡੈਸ਼ ਬੁੱਕ ਯੂ ਵਾਂਟ ਇਜ਼ ਨਾਟ ਵਿਦ ਮੀ, ਕਿ ਉਹ ਕਿਤਾਬ ਜੋ ਤੁਸੀਂ ਚਾਹੁੰਦੇ ਹੋ ਮੇਰੇ ਕੋਲੇ ਨਹੀਂ ਹੈ। ਤਾਂ ਬੱਚੇ ਹੁਣ ਇੱਥੇ ਸਾਡੇ ਕੋਲੇ ਦੋ ਡਿਟਰਮੀਨਰ ਨੇ, ਦਾ ਤੇ ਏ। ਹੁਣ ਕਈ ਬੱਚੇ ਇੱਥੇ ਕਹਿ ਦੇਣਗੇ ਕਿ ਬੁੱਕ ਹੈ ਜੀ ਕੌਨਸੋਨੈਂਟ ਦੀ ਆਵਾਜ਼ ਤੋਂ ਸ਼ੁਰੂ ਹੋ ਰਹੀ ਹੈ, ਬ ਦੀ ਆਵਾਜ਼ ਤੋਂ ਸ਼ੁਰੂ ਹੋ ਰਹੀ ਹੈ, ਤਾਂ ਇਸ ਕਰਕੇ ਇੱਥੇ ਏ ਆਏਗਾ। ਇਹ ਨਹੀਂ ਆਏਗਾ ਬੱਚਿਓ, ਬਿਕੋਜ਼ ਇੱਥੇ ਕਿਸੇ ਖਾਸ ਬੁੱਕ ਦੀ ਗੱਲ ਹੋ ਰਹੀ ਹੈ। ਜਦੋਂ ਕੋਈ ਚੀਜ਼ ਖਾਸ ਹੋ ਜਾਂਦੀ ਹੈ ਤਾਂ ਅਸੀਂ ਉੱਥੇ ਦਾ ਲਗਾਉਂਦੇ ਹਾਂ, ਕਿਉਂਕਿ ਇੱਕੋ ਹੀ ਬੁੱਕ ਹੈ, ਉਹ ਤੁਹਾਨੂੰ ਵੀ ਚਾਹੀਦੀ ਹੈ, ਉਹ ਮੇਰੇ ਕੋਲੇ ਵੀ ਨਹੀਂ ਹੈਗੀ, ਤਾਂ ਅਸੀਂ ਇੱਕੋ ਹੀ ਬੁੱਕ ਦੀ ਗੱਲ ਕਰ ਰਹੇ ਹਾਂ, ਤਾਂ ਉਹ ਬੁੱਕ ਖਾਸ ਬਣ ਗਈ। ਤਾਂ ਜਦੋਂ ਕੋਈ ਚੀਜ਼ ਖਾਸ ਹੋ ਜਾਂਦੀ ਹੈ ਬੱਚਿਓ ਤਾਂ ਅਸੀਂ ਉਸ ਨੂੰ ਇੱਕ ਤਰ੍ਹਾਂ ਪ੍ਰੋਪਰ ਨਾਊਨ ਦੇ ਤਰ੍ਹਾਂ ਟਰੀਟ ਕਰਦੇ ਹਾਂ, ਇਸ ਕਰਕੇ ਅਸੀਂ ਉਸ ਦੇ ਅੱਗੇ ਦਾ ਲਗਾਵਾਂਗੇ। 8th ਹੈ ਜੀ ਕਿ ਡੈਸ਼ ਹਾਊਸਿਸ ਵਰ ਡੈਮੇਜਡ ਇਨ ਦਾ ਸਾਈਕਲੋਨ, ਕਿ ਸਾਈਕਲੋਨ ਦੇ ਵਿੱਚ ਡੈਸ਼ ਘਰ ਤਬਾਹ ਹੋ ਗਏ, ਡੈਮੇਜ ਹੋ ਗਏ। ਤਾਂ ਬੱਚਿਓ ਜਦੋਂ ਸਾਈਕਲੋਨ ਆਉਂਦਾ ਹੈ ਤਾਂ ਤਬਾਹੀ ਬਹੁਤ ਹੁੰਦੀ ਹੈ, ਉਹਦੇ ਵਿੱਚ ਥੋੜੇ ਘਰ ਤਬਾਹ ਨਹੀਂ ਹੁੰਦੇ, ਬਹੁਤ ਸਾਰੇ ਤਬਾਹ ਹੁੰਦੇ ਆ, ਇਸ ਕਰਕੇ ਅਸੀਂ ਇੱਥੇ ਮੈਨੀ ਲਗਾਵਾਂਗੇ। ਇੱਥੇ ਬੱਚੇ ਜਿਹੜਾ 8ਵਾਂ ਸੈਂਟੈਂਸ ਹੈ ਨਾ, ਇਹ ਇੱਕ ਤਰੀਕੇ ਦੇ ਨਾਲ ਚੌਥੇ ਸੈਂਟੈਂਸ ਵਰਗਾ ਹੈ। ਇਸ ਦਾ ਸਾਨੂੰ ਆਈਡੀਆ ਦੇਖਣਾ ਪਏਗਾ, ਥੋੜਾ ਜਿਹਾ ਸਮਝਣਾ ਪਏਗਾ, ਤਾਂ ਉਸ ਦੇ ਤਰੀਕੇ ਨਾਲ ਅਸੀਂ ਇੱਥੇ ਮੈਨੀ ਲਗਾਵਾਂਗੇ, ਸਮ ਨਹੀਂ ਲਗਾਵਾਂਗੇ। 9th ਹੈ ਜੀ ਕਿ ਆਈ ਸ਼ੈਲ ਰਿਟਰਨ ਦਿਸ ਬੁੱਕ ਇਨ ਡੈਸ਼ ਡੇਜ਼, ਕਿ ਮੈਂ ਇਸ ਬੁੱਕ ਨੂੰ ਡੈਸ਼ ਦਿਨਾਂ ਦੇ ਵਿੱਚ ਮੋੜਾਂਗਾ, ਕੁਝ ਦਿਨਾਂ ਦੇ ਵਿੱਚ ਮੋੜਾਂਗਾ। ਤਾਂ ਦੈਟ ਮੀਨਸ ਇੱਥੇ ਉਹ ਕੁਝ ਦਿਨਾਂ ਦੀ ਗੱਲ ਕਰ ਰਿਹਾ ਕਿ ਉਸ ਨੂੰ ਕੁਝ ਦਿਨ ਚਾਹੀਦੇ ਨੇ। ਉਹ ਨੈਗੇਟਿਵ ਨਹੀਂ ਹੈ, ਉਹ ਪੋਜ਼ਿਟਿਵ ਹੈ। ਤਾਂ ਜਦੋਂ ਵੀ ਬੱਚਿਓ ਅਸੀਂ ਪੋਜ਼ਿਟਿਵ ਤਰੀਕੇ ਨਾਲ ਦੇਖਦੇ ਹਾਂ ਤਾਂ ਅਸੀਂ ਉੱਥੇ ਆ ਫਿਊ ਲਗਾਵਾਂਗੇ। ਆ ਫਿਊ ਦਾ ਮਤਲਬ ਕੁਝ ਦਿਨ। ਜੇਕਰ ਇੱਥੇ ਅਸੀਂ ਫਿਊ ਲਗਾ ਦਈਏ ਤਾਂ ਫਿਊ ਦਾ ਮਤਲਬ ਹੈ ਕਿ ਨੈਗੇਟਿਵ, ਕਿ ਮੈਨੂੰ ਕੁਝ ਦਿਨ ਵੀ ਨਹੀਂ ਚਾਹੀਦੇ। ਫਿਊ ਦਾ ਮਤਲਬ ਹਮੇਸ਼ਾ ਨੈਗੇਟਿਵ ਸੈਂਸ 'ਚ ਹੁੰਦਾ ਬੱਚਿਓ, ਆ ਫਿਊ ਦਾ ਮਤਲਬ ਹਮੇਸ਼ਾ ਪੋਜ਼ਿਟਿਵ ਸੈਂਸ 'ਚ ਹੁੰਦਾ ਹੈ, ਕਿਉਂਕਿ ਇੱਥੇ ਉਹ ਕੁਝ ਦਿਨ ਮੰਗ ਰਿਹਾ ਹੈ, ਇਸ ਕਰਕੇ ਉਸ ਨੂੰ ਕੁਝ ਦਿਨਾਂ ਦੇ ਲਈ ਆ ਫਿਊ ਲਗਾਉਣਾ ਪਏਗਾ, ਤਾਂ ਅਸੀਂ ਇੱਥੇ ਆ ਫਿਊ ਲਗਾਵਾਂਗੇ। 10th ਹੈ ਜੀ ਕਿ ਆਈ ਹੈਡ ਪੁੱਟ ਇਨ ਡੈਸ਼ ਹਾਰਡ ਵਰਕ, ਕਿ ਮੈंने ਕਾਫੀ ਮਿਹਨਤ ਕੀਤੀ। ਤਾਂ ਐਨੀ ਬੱਚਿਓ ਨਹੀਂ ਆ ਸਕਦਾ, ਬਿਕੋਜ਼ ਇਹ ਕੋਈ ਦੇਖੋ ਇਸ ਸਮੇਂ ਨੈਗੇਟਿਵ ਸੈਂਟੈਂਸ ਨਹੀਂ ਹੈ, ਤਾਂ ਐਨੀ ਤਾਂ ਬਿਲਕੁਲ ਹੀ ਨਹੀਂ ਆਏਗਾ। ਵਰਕ ਦੇ ਅੱਗੇ ਹਮੇਸ਼ਾ ਅਸੀਂ ਮੱਚ ਲਗਾਉਂਦੇ ਹਾਂ, ਤਾਂ ਇਸ ਕਰਕੇ ਅਸੀਂ ਹਾਰਡ ਵਰਕ ਦੇ ਅੱਗੇ ਵੀ ਮੱਚ ਹੀ ਲਗਾਵਾਂਗੇ। ਤਾਂ ਇਸ ਤਰੀਕੇ ਦੇ ਨਾਲ ਬੱਚਿਓ ਸਾਡੀ ਇਹ ਐਕਸਰਸਾਈਜ਼ ਖਤਮ ਹੁੰਦੀ ਹੈ। ਉਮੀਦ ਹੈ ਕਿ ਬੱਚਿਓ ਤੁਹਾਨੂੰ ਡਿਟਰਮੀਨਰਸ ਵਾਲੀ ਸਾਰੀ ਐਕਸਰਸਾਈਜ਼ ਸਮਝ ਆ ਗਈ ਹੋਵੇਗੀ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਆਪਾਂ ਡਿਟਰਮੀਨਰਸ ਵਾਲਾ ਟੌਪਿਕ ਬਹੁਤ ਹੀ ਵਧੀਆ ਤਰੀਕੇ ਨਾਲ ਅਲੱਗ ਤੋਂ ਗ੍ਰਾਮਰ ਵਾਲੇ ਵੀਡੀਓਜ਼ ਦੇ ਵਿੱਚ ਸਮਝਾਂਗੇ। ਮੈਂ ਫਿਊਚਰ ਦੇ ਵਿੱਚ ਇਹ ਟੌਪਿਕ ਵੀ ਡਿਟੇਲ ਦੇ ਵਿੱਚ ਕਵਰ ਜ਼ਰੂਰ ਕਰੂੰਗਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼
ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਸਟੂਡੈਂਟ, ਸਾਡੀ ਗ੍ਰਾਮਰ ਪ੍ਰੈਕਟਿਸ ਦੀ ਥਰਡ ਐਕਸਰਸਾਈਜ਼ ਹੈ ਡੂ ਐਜ਼ ਡਾਇਰੈਕਟਿਡ। ਤਾਂ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਡਾਇਰੈਕਸ਼ਨ ਦਿੱਤੇ ਹੋਏ ਨੇ, ਜਿਸ ਦੇ ਅਨੁਸਾਰ ਅਸੀਂ ਉਸ ਦਾ ਆਨਸਰ ਦੇਣਾ। ਤਾਂ ਅਸੀਂ ਪਹਿਲਾ ਕੁਐਸਚਨ ਦੇਖਦੇ ਹਾਂ ਕਿ ਸ਼ੀ ਵਾਜ਼ ਸੋਬਿੰਗ ਟੂ ਡੀਪਲੀ ਟੂ ਗਿਵ ਐਨੀ ਆਨਸਰ। ਤਾਂ ਇੱਕ ਸੈਂਟੈਂਸ ਦਿੱਤਾ ਹੋਇਆ ਜੀ, ਤੇ ਸਾਨੂੰ ਕਿਹਾ ਹੋਇਆ ਕਿ ਰਿਮੂਵ ਟੂ, ਕਿ ਜਿਹੜਾ TOO ਸ਼ਬਦ ਆਇਆ ਹੈ ਇਸ ਸੈਂਟੈਂਸ ਦੇ ਵਿੱਚ, ਇਸ ਨੂੰ ਖਤਮ ਕਰਨਾ ਹੈ। ਤਾਂ ਸਟੂਡੈਂਟਸ, ਇਹੋ ਜਿਹਾ ਇੱਕ ਕੁਐਸਚਨ ਤੁਹਾਨੂੰ ਪੇਪਰ 'ਚ ਜ਼ਰੂਰ ਆਉਂਦਾ ਹੈ, ਜਿਸ ਦੇ ਵਿੱਚ ਜਾਂ ਤਾਂ ਟੂ ਨੂੰ ਖਤਮ ਕੀਤਾ ਜਾਂਦਾ ਹੈ ਜਾਂ ਟੂ ਪਾਇਆ ਜਾਂਦਾ। ਤਾਂ ਇਸ 'ਚ ਖਤਮ ਕਰਨ ਵਾਲੀ ਗੱਲ ਆਈ ਹੈ। ਤਾਂ ਪਹਿਲਾਂ ਅਸੀਂ ਸੈਂਟੈਂਸ ਸਮਝ ਲੈਂਦੇ ਹਾਂ। ਤਾਂ ਇਹ ਹੈ ਜੀ ਕਿ ਉਹ ਇੰਨੀਆਂ ਡੂੰਘੀਆਂ ਸਿਸਕੀਆਂ ਭਰ ਰਹੀ ਸੀ। ਸੋਬਿੰਗ ਦਾ ਮਤਲਬ ਹੁੰਦਾ ਬੱਚਿਓ ਹੋਕੇ ਭਰਨਾ, ਸਿਸਕੀਆਂ ਭਰਨਾ, ਕਿ ਉਹ ਕੋਈ ਵੀ ਆਨਸਰ ਨਾ ਦੇ ਸਕੇ। ਤਾਂ ਬੱਚਿਓ, ਜੇਕਰ ਅਸੀਂ ਸਿੰਪਲ ਇਸ ਦੀ ਇੰਗਲਿਸ਼ ਟਰਾਂਸਲੇਸ਼ਨ ਕਰੀਏ ਤਾਂ ਬੱਚਿਓ ਅਸੀਂ ਇਸ ਦਾ ਆਨਸਰ ਲਿਖਾਂਗੇ ਕਿ ਸ਼ੀ ਵਾਜ਼ ਸੋਬਿੰਗ ਸੋ ਡੀਪਲੀ ਦੈਟ ਸ਼ੀ ਕੁਡ ਨੋਟ ਗਿਵ ਐਨੀ ਆਨਸਰ, ਕਿ ਉਹ ਇੰਨੀਆਂ ਜ਼ਿਆਦਾ ਡੂੰਘੀਆਂ ਸਿਸਕੀਆਂ ਭਰ ਰਹੀ ਸੀ ਕਿ ਉਹ ਕੋਈ ਆਨਸਰ ਨਾ ਦੇ ਪਾਈ। ਇੱਥੇ ਇਸ ਗੱਲ ਦਾ ਖਿਆਲ ਜ਼ਰੂਰ ਰੱਖਿਓ ਬੱਚਿਓ ਕਿ ਕੁਡ ਨੋਟ ਪਾਈਓ, ਬਿਕੋਜ਼ ਇਹ ਸਾਡਾ ਪਾਸਟ ਟੈਂਸ ਹੈ, ਇਸ ਕਰਕੇ ਅਸੀਂ ਇੱਥੇ ਕੁਡ ਨੋਟ ਯੂਜ਼ ਕਰਾਂਗੇ। ਸਟੂਡੈਂਟ, ਸਾਡਾ ਸੈਕਿੰਡ ਸੈਂਟੈਂਸ ਹੈ ਕਿ ਨੋ ਅਦਰ ਸੀਜ਼ਨ ਇਜ਼ ਐਜ਼ ਰਿਫਰੈਸ਼ਿੰਗ ਐਜ਼ ਦਾ ਸਪਰਿੰਗ। ਤੇ ਬ੍ਰੈਕਟ ਸਾਨੂੰ ਦੱਸਿਆ ਹੋਇਆ ਕਿ ਚੇਂਜ ਦਾ ਡਿਗਰੀ ਆਫ ਕੰਪੈਰੀਜ਼ਨ। ਤਾਂ ਪਹਿਲਾਂ ਅਸੀਂ ਵਾਕ ਸਮਝ ਲੈਂਦੇ ਹਾਂ ਕਿ ਵਾਕ ਕੀ ਹੈ ਜੀ, ਕਿ ਕੋਈ ਵੀ ਰੁੱਤ ਬਸੰਤ ਦੀ ਤਰ੍ਹਾਂ ਸਫੂਰਤੀ ਪ੍ਰਦਾਨ ਕਰਨ ਵਾਲੀ ਨਹੀਂ ਹੁੰਦੀ, ਐਨਰਜੀ ਦੇਣ ਵਾਲੀ ਨਹੀਂ ਹੁੰਦੀ, ਸਭ ਤੋਂ ਤਾਜ਼ੀ ਹੁੰਦੀ ਹੈ ਸਪਰਿੰਗ, ਇਹ ਕਿਹਾ ਗਿਆ। ਪਰੰਤੂ ਸਾਨੂੰ ਇਹ ਕਿਹਾ ਗਿਆ ਕਿ ਡਿਗਰੀ ਆਫ ਕੰਪੈਰੀਜ਼ਨ ਸਾਨੇ ਚੇਂਜ ਕਰਨਾ ਹੈ। ਤਾਂ ਬੱਚਿਓ, ਸਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਡਿਗਰੀ ਆਫ ਕੰਪੈਰੀਜ਼ਨ ਕਿਹਦਾ ਹੁੰਦਾ ਹੈ। ਤਾਂ ਡਿਗਰੀ ਆਫ ਕੰਪੈਰੀਜ਼ਨ ਹਮੇਸ਼ਾ ਹੁੰਦਾ ਹੈ ਜੀ ਐਡਜੈਕਟਿਵ ਦਾ, ਜਿਸ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਵਿਸ਼ੇਸ਼ਣ। ਤਾਂ ਵਿਸ਼ੇਸ਼ਣ ਦੀਆਂ ਡਿਗਰੀਆਂ ਹੁੰਦੀਆਂ ਜੀ, ਐਡਜੈਕਟਿਵ ਦੀਆਂ ਡਿਗਰੀਆਂ ਹੁੰਦੀਆਂ, 3 ਡਿਗਰੀਆਂ ਹੁੰਦੀਆਂ। ਤਾਂ ਸਾਡੀਆਂ 3 ਤਰ੍ਹਾਂ ਦੀਆਂ ਡਿਗਰੀ ਹੁੰਦੀਆਂ ਬੱਚਿਓ, ਪੋਜ਼ੀਟਿਵ, ਕੰਪੈਰੇਟਿਵ, ਸੁਪਰਲੇਟਿਵ। ਤਾਂ ਸਟੂਡੈਂਟ, ਸਾਨੂੰ ਇਸ ਸੈਂਟੈਂਸ ਦੇ ਵਿੱਚ ਸਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਪੂਰੇ ਵਾਕ ਦੇ ਵਿੱਚ ਐਡਜੈਕਟਿਵ ਕਿਹੜਾ ਹੈ। ਤਾਂ ਜੇਕਰ ਅਸੀਂ ਦੇਖੀਏ ਬੱਚਿਓ, ਇਸ ਸੈਂਟੈਂਸ ਦੇ ਵਿੱਚ ਕਿਸੇ ਰੁੱਤ ਦੀ ਵਿਸ਼ੇਸ਼ਤਾ ਦੱਸੀ ਗਈ ਹੈ। ਰੁੱਤ ਹੈ ਸੀਜ਼ਨ ਜਾਂ ਸਪਰਿੰਗ, ਜਿਸ ਨੂੰ ਆਪਾਂ ਕਹਿੰਦੇ ਹਾਂ ਰਿਫਰੈਸ਼ਿੰਗ, ਉਸ ਦੀ ਵਿਸ਼ੇਸ਼ਤਾ ਆ ਗਈ। ਤਾਂ ਇਹਦਾ ਮਤਲਬ ਸਾਡਾ ਇਸ ਦੇ ਵਿੱਚ ਜਿਹੜਾ ਵਿਸ਼ੇਸ਼ਣ ਹੈ ਉਹ ਹੈ ਰਿਫਰੈਸ਼ਿੰਗ। ਰਿਫਰੈਸ਼ਿੰਗ ਦਾ ਮਤਲਬ ਹੁੰਦਾ ਹੈ ਤਰੋ ਤਾਜ਼ਗੀ ਭਰਿਆ, ਐਨਰਜੀ ਦੇਣ ਵਾਲਾ। ਕਿਉਂਕਿ ਸਾਨੂੰ ਪਤਾ ਹੈ ਕਿ ਡਿਗਰੀਆਂ ਹਮੇਸ਼ਾ ਐਡਜੈਕਟਿਵ ਦੀਆਂ ਹੀ ਹੁੰਦੀਆਂ ਨੇ, ਤਾਂ ਫਿਰ ਅਸੀਂ ਹੁਣ ਰਿਫਰੈਸ਼ਿੰਗ ਦੀਆਂ ਡਿਗਰੀਆਂ ਦੇਖ ਲੈਂਦੇ ਹਾਂ ਕਿਹੜੀਆਂ ਕਿਹੜੀਆਂ ਨੇ। ਤਾਂ ਪਹਿਲੀ ਡਿਗਰੀ ਤਾਂ ਰਿਫਰੈਸ਼ਿੰਗ ਹੀ ਹੈ ਬੱਚਿਓ, ਜਿਸ ਨੂੰ ਅਸੀਂ ਪੋਜ਼ੀਟਿਵ ਡਿਗਰੀ ਕਹਿ ਦਿੰਦੇ ਹਾਂ। ਜਿਹੜੀ ਇਸ ਦੀ ਦੂਸਰੀ ਡਿਗਰੀ ਹੁੰਦੀ ਹੈ ਉਹ ਹੈ ਮੋਰ ਰਿਫਰੈਸ਼ਿੰਗ, ਕਿਉਂਕਿ ਤਾਂ ਹੀ ਫਿਰ ਅਸੀਂ ਡਿਗਰੀ ਚੇਂਜ ਕਰ ਸਕਦੇ ਨਾ, ਜੇ ਸਾਨੂੰ ਦੂਜੀ ਤੇ ਤੀਜੀ ਡਿਗਰੀ ਪਤਾ ਹੋਵੇ। ਤਾਂ ਮੋਰ ਰਿਫਰੈਸ਼ਿੰਗ ਸਾਡੀ ਕੰਪੈਰੇਟਿਵ ਡਿਗਰੀ ਹੋਗੀ। ਤੀਸਰੀ ਹੁੰਦੀ ਹੈ ਜੀ ਸਾਡੀ ਮੋਸਟ ਰਿਫਰੈਸ਼ਿੰਗ। ਤਾਂ ਸਾਡੇ ਕੋਲੇ ਬੱਚਿਓ ਹੁਣ 3 ਡਿਗਰੀਆਂ ਆ ਗਈਆਂ, ਰਿਫਰੈਸ਼ਿੰਗ, ਮੋਰ ਰਿਫਰੈਸ਼ਿੰਗ ਅਤੇ ਮੋਸਟ ਰਿਫਰੈਸ਼ਿੰਗ। ਹੁਣ ਅਸੀਂ ਇਹਨਾਂ ਦੂਸਰੀ ਤੇ ਤੀਸਰੀ ਡਿਗਰੀ ਨੂੰ ਲੈ ਕੇ ਇਹ ਵਾਲੇ ਸੈਂਟੈਂਸ ਦੀ ਡਿਗਰੀ ਚੇਂਜ ਕਰਕੇ ਨਵੇਂ ਵਾਕ ਬਣਾਵਾਂਗੇ। ਹੁਣ ਸਾਨੂੰ ਕੁਐਸਚਨ ਇਹੀ ਕਿਹਾ ਗਿਆ ਹੈ ਕਿ ਡਿਗਰੀ ਆਫ ਕੰਪੈਰੀਜ਼ਨ ਨੂੰ ਚੇਂਜ ਕਰੋ। ਹੁਣ ਜਾਂ ਤਾਂ ਆਪਾਂ ਇਸ ਨੂੰ ਦੂਸਰੀ ਡਿਗਰੀ 'ਚ ਬਦਲ ਕੇ ਦਿਖਾ ਕੇ ਆਨਸਰ ਲਿਖ ਸਕਦੇ ਹਾਂ, ਜਾਂ ਫਿਰ ਤੀਸਰੀ ਦੇ ਵਿੱਚ ਵੀ ਲਿਖ ਸਕਦੇ ਹਾਂ। ਸਾਨੂੰ ਇਹ ਵੀ ਪਤਾ ਹੈ ਕਿ ਸੈਕਿੰਡ ਡਿਗਰੀ ਨੂੰ ਅਸੀਂ ਕੰਪੈਰੇਟਿਵ ਕਹਿੰਦੇ ਹਾਂ ਤੇ ਥਰਡ ਡਿਗਰੀ ਨੂੰ ਅਸੀਂ ਸੁਪਰਲੇਟਿਵ ਡਿਗਰੀ ਕਹਿੰਦੇ ਹਾਂ। ਤਾਂ ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਇਹ ਕਹਿਣਾ ਹੁੰਦਾ ਕਿ ਤੁਸੀਂ ਸਿੰਪਲ ਪੰਜਾਬੀ ਸੋਚੋ ਪਹਿਲਾਂ, ਕਿ ਇਸ ਨੂੰ ਸਿੰਪਲ ਜਿਹਾ ਵਾਕ ਆਪਾਂ ਕਿਵੇਂ ਬਣਾ ਸਕਦੇ ਹਾਂ। ਦੇਖੋ, ਵਾਕ ਇਹ ਹੈ ਕਿ ਸਪਰਿੰਗ ਦੀ ਤਰ੍ਹਾਂ ਦਾ ਕੋਈ ਵੀ ਰਿਫਰੈਸ਼ਿੰਗ ਸੀਜ਼ਨ ਨਹੀਂ ਹੁੰਦਾ। ਇਹਦਾ ਮਤਲਬ ਆਪਾਂ ਇਹਨੂੰ ਐਵੇਂ ਲਿਖ ਸਕਦੇ ਹਾਂ ਕਿ ਸਪਰਿੰਗ ਸਭ ਤੋਂ ਰਿਫਰੈਸ਼ਿੰਗ ਸੀਜ਼ਨ ਹੈ। ਤਾਂ ਜਦੋਂ ਅਸੀਂ ਸਾਰਿਆਂ ਤੋਂ ਕੰਪੈਰੀਜ਼ਨ ਕਰ ਲਿਆ ਤਾਂ ਅਸੀਂ ਉੱਥੇ ਸੁਪਰਲੇਟਿਵ ਡਿਗਰੀ ਲਗਾਵਾਂਗੇ। ਤਾਂ ਅਸੀਂ ਇਸ ਦਾ ਆਨਸਰ ਇਹ ਲਿਖਾਂਗੇ ਜੀ। ਤਾਂ ਅਸੀਂ ਇਸ ਦਾ ਵਾਕ ਬਣਾਇਆ ਜੀ, ਦਾ ਸਪਰਿੰਗ ਇਜ਼ ਦਾ ਮੋਸਟ ਰਿਫਰੈਸ਼ਿੰਗ ਸੀਜ਼ਨ। ਹੁਣ ਤੁਸੀਂ ਧਿਆਨ ਨਾਲ ਦੇਖੋ, ਅਸੀਂ ਇੱਥੇ ਰਿਫਰੈਸ਼ਿੰਗ ਦੇ ਅੱਗੇ ਦਾ ਮੋਸਟ ਲਗਾ ਲਿਆ। ਦਾ ਮੋਸਟ ਕਿਹੜੀ ਡਿਗਰੀ ਹੁੰਦੀ ਹੈ ਜੀ? ਤੀਸਰੀ ਡਿਗਰੀ ਹੁੰਦੀ ਹੈ, ਜਿਸ ਨੂੰ ਅਸੀਂ ਸੁਪਰਲੇਟਿਵ ਡਿਗਰੀ ਕਹਿੰਦੇ ਹਾਂ। ਤਾਂ ਅਸੀਂ ਇਸ ਦੇ ਵਿੱਚ ਸੁਪਰਲੇਟਿਵ ਡਿਗਰੀ ਯੂਜ਼ ਕੀਤੀ ਹੈ। ਅਸੀਂ ਦੇਖੋ ਪੋਜ਼ੀਟਿਵ ਡਿਗਰੀ ਨੂੰ ਸੁਪਰਲੇਟਿਵ ਡਿਗਰੀ 'ਚ ਬਦਲਤਾ। ਪਰੰਤੂ ਇਸ ਦਾ ਇੱਕ ਹੋਰ ਵਾਕ ਵੀ ਬਣਾਇਆ ਜਾ ਸਕਦਾ ਹੈ ਕਿ ਬਸੰਤ ਰੁੱਤ ਕਿਸੇ ਵੀ ਹੋਰ ਸੀਜ਼ਨ ਤੋਂ ਜ਼ਿਆਦਾ ਰਿਫਰੈਸ਼ਿੰਗ ਹੁੰਦੀ ਹੈ। ਤਾਂ ਇਹ ਸਾਡੀ ਕੰਪੈਰੀਜ਼ਨ ਹੋ ਗਈ। ਤਾਂ ਇੱਥੇ ਅਸੀਂ ਕੰਪੈਰੇਟਿਵ ਡਿਗਰੀ ਯੂਜ਼ ਕਰ ਸਕਦੇ ਹਾਂ। ਤਾਂ ਅਸੀਂ ਲਿਖਾਂਗੇ, ਤਾਂ ਹੁਣ ਦੇਖੋ ਅਸੀਂ ਇਹ ਲਿਖਿਆ ਕਿ ਦਾ ਸਪਰਿੰਗ ਇਜ਼ ਮੋਰ ਰਿਫਰੈਸ਼ਿੰਗ ਦੈਨ ਐਨੀ ਅਦਰ ਸੀਜ਼ਨ। ਹੁਣ ਅਸੀਂ ਇੱਥੇ ਮੋਰ ਰਿਫਰੈਸ਼ਿੰਗ ਵਾਲੀ ਡਿਗਰੀ ਲਗਾਤੀ। ਸਾਨੂੰ ਪਤਾ ਹੈ ਮੋਰ ਰਿਫਰੈਸ਼ਿੰਗ ਵਾਲੀ ਡਿਗਰੀ ਕਿਹੜੀ ਹੁੰਦੀ ਹੈ ਜੀ? ਸੈਕਿੰਡ ਡਿਗਰੀ, ਜਿਸ ਨੂੰ ਅਸੀਂ ਕੰਪੈਰੇਟਿਵ ਡਿਗਰੀ ਆਫ ਐਡਜੈਕਟਿਵ ਕਹਿੰਦੇ ਹਾਂ।
ਤਾਂ ਅਸੀਂ ਇਹਨਾਂ ਦੋਨਾਂ ਵਾਕਾਂ ਦੇ ਵਿੱਚੋਂ ਬੱਚਿਓ ਕੋਈ ਵੀ ਵਾਕ ਲਿਖ ਸਕਦੇ ਹਾਂ, ਇਹ ਦੋਨੇ ਹੀ ਠੀਕ ਨੇ, ਬਿਕੋਜ਼ ਅਸੀਂ ਜਿਹੜਾ ਸਾਡਾ ਸੈਂਟੈਂਸ ਦੇ ਵਿੱਚ ਪੋਜ਼ਿਟਿਵ ਡਿਗਰੀ ਯੂਜ਼ ਕੀਤੀ ਗਈ ਸੀ, ਅਸੀਂ ਉਸ ਨੂੰ ਜਾਂ ਤਾਂ ਸੁਪਰਲੇਟਿਵ ਦੇ ਨਾਲ ਬਣਾਤਾ ਜਾਂ ਕੰਪੈਰੇਟਿਵ ਦੇ ਨਾਲ ਬਣਾਤਾ। ਸਟੂਡੈਂਟਸ, ਮੈਂ ਡਿਗਰੀ ਆਫ ਕੰਪੈਰੀਜ਼ਨ ਵਾਲਾ ਟੌਪਿਕ ਵੀ ਆਪਣੇ ਆਉਣ ਵਾਲੀਆਂ ਗ੍ਰਾਮਰ ਦੀਆਂ ਵੀਡੀਓਜ਼ 'ਚ ਜ਼ਰੂਰ ਕਵਰ ਕਰੂੰਗਾ ਤੇ ਤੁਹਾਨੂੰ ਡਿਟੇਲ ਦੇ ਵਿੱਚ ਇਸ ਦੇ ਬਾਰੇ ਸਮਝਾਉਂਗਾ। ਸਟੂਡੈਂਟ, ਸਾਡਾ ਤੀਸਰਾ ਕੁਐਸਚਨ ਦੇਖਦੇ ਹਾਂ ਕਿ ਸੀਇੰਗ ਦਾ ਸਿਗਨਲ ਦਾ ਟਰੂਪਸ ਮਾਰਚਡ ਆਊਟ। ਸਿਗਨਲ ਨੂੰ ਦੇਖ ਕੇ ਜਿਹੜੀ ਫੌਜ ਦੀ ਟੁਕੜੀ ਸੀ ਉਹ ਚੱਲ ਪਈ। ਮਾਰਚ ਆਊਟ ਦਾ ਮਤਲਬ ਮਾਰਚ ਕਰਦੇ ਹੋਏ ਤੁਰਨਾ, ਚੱਲਣ ਨੂੰ ਕਿਹਾ ਜਾਂਦਾ ਹੈ ਜੀ ਮਾਰਚ ਆਊਟ। ਬ੍ਰੈਕਟ ਦੇ ਵਿੱਚ ਸਾਨੂੰ ਦੱਸਿਆ ਹੋਇਆ ਹੈ ਕਿ ਚੇਂਜ ਇਨਟੂ ਅ ਕੰਪਲੈਕਸ ਸੈਂਟੈਂਸ, ਕਿ ਇਸ ਨੂੰ ਅਸੀਂ ਕੰਪਲੈਕਸ ਸੈਂਟੈਂਸ ਦੇ ਵਿੱਚ ਬਣਾਉਣਾ ਹੈ। ਤਾਂ ਬੱਚਿਓ, ਗ੍ਰਾਮਰ ਦੇ ਵਿੱਚ ਸਾਡੇ ਕੋਲ ਇੱਕ ਟੌਪਿਕ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਟਰਾਂਸਫੋਰਮੇਸ਼ਨ ਆਫ ਸੈਂਟੈਂਸਿਸ। ਤਾਂ ਬੱਚਿਓ, ਇਹ ਕਾਫੀ ਜ਼ਿਆਦਾ डिटेल वाला टॉपिक है। वैसे मैं इस टॉपिक ਨੂੰ ਆਪਣੇ ਬਾਅਦ ਵਾਲੇ ਗ੍ਰਾਮਰ ਵਾਲੇ ਵੀਡੀਓਜ਼ 'ਚ ਜ਼ਰੂਰ ਕਵਰ ਕਰੂੰਗਾ ਅਤੇ ਤੁਹਾਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਮੈਂ ਸਾਰੇ ਟਰਾਂਸਫੋਰਮੇਸ਼ਨ ਆਫ ਸੈਂਟੈਂਸਿਸ ਸਮਝਾਉਂਗਾ, ਪਰੰਤੂ ਅੱਜ ਅਸੀਂ ਇਸ ਟੌਪਿਕ ਨੂੰ ਥੋੜਾ ਜਿਹਾ ਟੱਚ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਬੱਚਿਓ, ਸਾਨੂੰ ਵਾਕ ਦੇਖਣਾ ਚਾਹੀਦਾ ਹੈ ਕਿ ਸਾਨੂੰ ਵਾਕ ਕਿਹੜਾ ਦਿੱਤਾ ਹੋਇਆ ਹੈ। ਵਾਕ ਹੈ ਜੀ ਕਿ ਸੀਇੰਗ ਦਾ ਸਿਗਨਲ ਦਾ ਟਰੂਪਸ ਮਾਰਚਡ ਆਊਟ। ਜੇ ਤੁਸੀਂ ਦੇਖੋ ਤਾਂ ਇਸ ਪੂਰੇ ਸੈਂਟੈਂਸ ਦੇ ਵਿੱਚ ਇੱਕੋ ਹੀ ਮੇਨ ਵਰਬ ਆਈ ਹੈ, ਉਹ ਹੈ ਜੀ ਮਾਰਚ। ਤਾਂ ਮਾਰਚ ਦੀਆਂ ਸਾਡੀਆਂ ਵਰਬ ਹੁੰਦੀਆਂ ਨੇ ਮਾਰਚ, ਮਾਰਚਡ, ਮਾਰਚਡ। ਤਾਂ ਇੱਥੇ ਦੂਸਰੀ ਵਰਬ ਲੱਗੀ ਹੋਈ ਹੈ, ਆਊਟ ਉਸ ਦੇ ਪਿੱਛੇ ਪ੍ਰੈਪੋਜੀਸ਼ਨ ਹੈ। ਹੁਣ ਕਈ ਬੱਚੇ ਕਹਿਣਗੇ ਕਿ ਸੀਇੰਗ ਵੀ ਵਰਬ ਹੈ ਜੀ, ਸੀ ਸੌ ਸੀਨ। ਸੀ ਜ਼ਰੂਰ ਵਰਬ ਹੈ ਬੱਚਿਓ, ਲੇਕਿਨ ਇੱਥੇ ਇਹ ਵਰਬ ਦਾ ਕੰਮ ਨਹੀਂ ਕਰ ਰਹੀ, ਇੱਥੇ ਇਹ ਜੈਰੰਡ ਦਾ ਕੰਮ ਕਰ ਰਹੀ ਹੈ ਕਿ ਸਿਗਨਲ ਨੂੰ ਦੇਖਦੇ ਹੋਏ ਫੌਜ ਦੀ ਟੁਕੜੀ ਚੱਲ ਪਈ। ਤਾਂ ਇੱਥੇ ਜਿਹੜਾ ਸੀਇੰਗ ਵਰਡ ਹੈ ਇਹ ਵਰਬ ਦੇ ਤੌਰ 'ਤੇ ਕੰਮ ਨਾ ਕਰਦੇ ਹੋਏ ਇੱਕ ਜੈਰੰਡ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਜੈਰੰਡ ਬੱਚਿਓ ਇੱਕ ਅਲੱਗ ਟੌਪਿਕ ਹੈ, ਮੈਂ ਆਪਣੀਆਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਜੈਰੰਡ ਥੋੜ੍ਹੇ ਜਿਹੇ ਕਵਰ ਕੀਤੇ ਨੇ, ਪਰੰਤੂ ਮੈਂ ਡਿਟੇਲ ਦੇ ਵਿੱਚ ਇਸ ਦੀ ਇੱਕ ਸਪੈਸ਼ਲ ਵੀਡੀਓ ਗ੍ਰਾਮਰ ਦੇ ਵੀ ਜ਼ਰੂਰ ਬਣਾਵਾਂਗਾ, ਆਪਾਂ ਉਹਦੇ 'ਚ ਇਸ ਨੂੰ ਡਿਸਕਸ ਕਰਾਂਗੇ। ਹਜੇ ਆਪਾਂ ਸਿਰਫ ਇੰਨਾ ਸਮਝਦੇ ਹਾਂ ਕਿ ਇੱਥੇ ਸੀਇੰਗ ਐਜ਼ ਅ ਵਰਬ ਯੂਜ਼ ਨਹੀਂ ਹੋਈ, ਸਾਡੀ ਇੱਕੋ ਹੀ ਮੇਨ ਵਰਬ ਹੈ, ਉਹ ਹੈ ਮਾਰਚ। ਤਾਂ ਜਦੋਂ ਪੂਰੇ ਵਾਕ ਦੇ ਵਿੱਚ ਬੱਚਿਓ ਇੱਕੋ ਹੀ ਵਰਬ ਯੂਜ਼ ਹੁੰਦੀ ਹੈ ਐਜ਼ ਅ ਮੇਨ ਵਰਬ, ਤਾਂ ਅਸੀਂ ਉਸ ਵਾਕ ਨੂੰ ਕਹਿੰਦੇ ਹਾਂ ਕਿ ਉਹ ਇੱਕ ਸਿੰਪਲ ਸੈਂਟੈਂਸ ਹੈ। ਤਾਂ ਇਹ ਵਾਲਾ ਵਾਕ ਜਿਹੜਾ ਅਸੀਂ ਪੜ੍ਹ ਰਹੇ ਹਾਂ ਇਹ ਇੱਕ ਸਧਾਰਨ ਵਾਕ ਹੈ, ਪੰਜਾਬੀ 'ਚ ਆਪਾਂ ਇਸ ਨੂੰ ਸਧਾਰਨ ਵਾਕ ਕਹਿੰਦੇ ਹਾਂ। ਹੁਣ ਕੁਐਸਚਨ ਸਾਡਾ ਇਹ ਹੈ ਕਿ ਅਸੀਂ ਇਸ ਸਧਾਰਨ ਵਾਕ ਨੂੰ ਕੰਪਲੈਕਸ ਸੈਂਟੈਂਸ ਦੇ ਵਿੱਚ ਬਣਾਉਣਾ ਹੈ। ਤਾਂ ਕੰਪਲੈਕਸ ਸੈਂਟੈਂਸ ਹੁੰਦਾ ਬੱਚਿਓ ਮਿਸ਼ਰਿਤ ਵਾਕ, ਇਸ ਨੂੰ ਪੰਜਾਬੀ 'ਚ ਆਪਾਂ ਮਿਸ਼ਰਿਤ ਵਾਕ ਕਹਿੰਦੇ ਹਾਂ। 9ਵੀਂ 10ਵੀਂ ਦੇ ਵਿੱਚ ਆਪਾਂ ਇਹ ਪੰਜਾਬੀ ਵਾਲੇ ਵਾਕ ਪੜ੍ਹੇ ਸੀਗੇ, ਤਾਂ ਸ਼ਾਇਦ ਤੁਹਾਨੂੰ ਯਾਦ ਹੋਵੇ। ਕੰਪਲੈਕਸ ਸੈਂਟੈਂਸ ਦੀ ਖਾਸੀਅਤ ਇਹ ਹੁੰਦੀ ਹੈ ਬੱਚਿਓ ਕਿ ਅਸੀਂ ਇਸ ਦੇ ਵਿੱਚ ਇੱਕ ਤੋਂ ਜ਼ਿਆਦਾ, ਘੱਟੋ ਘੱਟ 2 ਜਾਂ 2 ਤੋਂ ਜ਼ਿਆਦਾ ਅਸੀਂ ਮੇਨ ਵਰਬ ਯੂਜ਼ ਕਰ ਸਕਦੇ ਹਾਂ। ਉਸ ਦੇ ਵਿੱਚ ਅਸੀਂ ਇੱਕ ਮੇਨ ਕਲਾਜ਼ ਯੂਜ਼ ਕਰਦੇ ਹਾਂ ਅਤੇ ਫਿਰ ਇੱਕ ਉਸ ਦੀ ਸਬੋਰਡੀਨੇਟ ਕਲਾਜ਼ ਯੂਜ਼ ਕਰਦੇ ਹਾਂ, ਜਿਸ ਨੂੰ ਅਸੀਂ ਮੁੱਖ ਉਪਵਾਕ ਕਹਿੰਦੇ ਹਾਂ ਅਤੇ ਅਧੀਨ ਉਪਵਾਕ ਪੰਜਾਬੀ 'ਚ ਕਹਿੰਦੇ ਹਾਂ। ਤਾਂ ਜੇਕਰ ਅਸੀਂ ਇਸ ਨੂੰ ਕੰਪਲੈਕਸ ਬੱਚਿਓ ਬਣਾਉਣਾ ਚਾਹੀਏ, ਮਿਸ਼ਰਿਤ ਵਾਕ ਬਣਾਉਣਾ ਚਾਹੀਏ, ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਬਣਾ ਸਕਦੇ ਹਾਂ ਕਿ ਜਦੋਂ ਹੀ ਟਰੂਪਸ ਨੇ ਸਿਗਨਲ ਦੇਖਿਆ ਉਹ ਤੁਰ ਪਏ। ਤਾਂ ਅਸੀਂ ਇਸ ਦੀ ਇੰਗਲਿਸ਼ ਇਸ ਤਰ੍ਹਾਂ ਕਰਾਂਗੇ। ਤਾਂ ਅਸੀਂ ਬੱਚਿਓ ਇਹ ਵਾਲਾ ਵਾਕ ਬਣਾਇਆ। ਤਾਂ ਹੁਣ ਤੁਸੀਂ ਧਿਆਨ ਨਾਲ ਦੇਖਿਓ ਕਿ ਇਸ ਦੇ ਵਿੱਚ ਇੱਕ ਮੇਨ ਕਲੌਜ਼ ਹੈ ਅਤੇ ਦੂਜੀ ਉਸ ਦੀ ਸਬੋਰਡੀਨੇਟ ਕਲਾਜ਼ ਹੈ। ਹੁਣ ਜਿਹੜਾ ਮੁੱਖ ਉਪਵਾਕ ਆਇਆ ਉਹ ਕਿਹੜਾ ਹੈ ਕਿ ਦੇ ਮਾਰਚਡ ਆਊਟ, ਕਿ ਉਹ ਤੁਰ ਪਏ। ਹੁਣ ਇਸ ਦੇ ਵਿੱਚ ਦੇਖੋ ਬੱਚਿਓ ਸਾਡੀ ਮੇਨ ਵਰਬ ਹੋਈ ਹੈ ਯੂਜ਼ ਮਾਰਚਡ, ਜੋ ਕਿ ਦੂਸਰੀ ਵਰਬ ਹੈ, ਦੇ ਇਸ ਦਾ ਸਬਜੈਕਟ ਹੈ, ਆਊਟ ਇਸ ਦੀ ਪ੍ਰੈਪੋਜੀਸ਼ਨ ਹੋ ਗਈ। ਪਰੰਤੂ ਇਸ ਦੇ ਨਾਲ ਇੱਕ ਉਸ ਦੀ ਅਧੀਨ ਉਪਵਾਕ ਜੁੜੀ ਹੋਈ ਹੈ ਜਿਸ ਨੂੰ ਅਸੀਂ ਸਬੋਰਡੀਨੇਟ ਕਲਾਜ਼ ਕਹਿੰਦੇ ਹਾਂ। ਉਹ ਕਿਹੜੀ ਹੈ ਕਿ ਵੈਨ ਦਾ ਟਰੂਪਸ ਸੌ ਦਾ ਸਿਗਨਲ, ਕਿ ਜਦੋਂ ਟਰੂਪਸ ਨੇ ਸਿਗਨਲ ਦੇਖਿਆ। ਤਾਂ ਤੁਸੀਂ ਇਸ ਨੂੰ ਜ਼ਰਾ ਗੌਰ ਨਾਲ ਦੇਖੋ, ਇਸ ਦੇ ਵਿੱਚ ਦਾ ਟਰੂਪਸ ਫੇਰ ਸਬਜੈਕਟ ਹੈ ਅਤੇ ਸੌ ਉਸ ਦੀ ਮੇਨ ਵਰਬ ਹੈ, ਜੋ ਕਿ ਇੱਥੇ ਸੈਕਿੰਡ ਵਰਬ ਹੈ, ਅਤੇ ਦਾ ਸਿਗਨਲ ਉਸ ਦਾ ਆਬਜੈਕਟ ਹੈ। ਅਤੇ ਵੈਨ ਅਸੀਂ ਇੱਕ ਕੰਜੰਕਸ਼ਨ ਲਗਾ ਕੇ, ਜਿਸ ਨੂੰ ਅਸੀਂ ਯੋਜਕ ਕਹਿੰਦੇ ਹਾਂ, ਅਸੀਂ ਇਹ ਲਗਾ ਕੇ ਅਸੀਂ ਇਸ ਦੀ ਅਧੀਨ ਉਪਵਾਕ ਬਣਾਤੀ। ਤਾਂ ਹੁਣ ਇਸ ਪੂਰੇ ਵਾਕ ਦੇ ਵਿੱਚ ਦੇਖੋ ਬੱਚਿਓ 2 ਮੁੱਖ ਵਰਬਸ ਆਈਆਂ ਨੇ, ਇੱਕ ਸੌ ਆ ਗਈ, ਇੱਕ ਮਾਰਚਡ ਆ ਗਈ। ਇਸ ਦਾ ਮਤਲਬ ਇਹ ਸਧਾਰਨ ਵਾਕ ਨਹੀਂ ਰਿਹਾ। ਸਧਾਰਨ ਵਾਕ ਹਮੇਸ਼ਾ ਉਹੀ ਹੁੰਦਾ ਬੱਚਿਓ ਜਿਸ ਦੇ ਵਿੱਚ ਇੱਕ ਮੇਨ ਵਰਬ ਹੁੰਦੀ ਹੈ, ਉਸ ਨੂੰ ਅਸੀਂ ਸਿੰਪਲ ਸੈਂਟੈਂਸ ਕਹਿੰਦੇ ਹਾਂ। ਪਰੰਤੂ ਇਸ ਦੇ ਵਿੱਚ ਇੱਕ ਤੋਂ ਜ਼ਿਆਦਾ ਮੇਨ ਵਰਬਸ ਆ ਗਈਆਂ, ਤਾਂ ਇਸ ਕਰਕੇ ਇਹ ਸਿੰਪਲ ਸੈਂਟੈਂਸ ਤਾਂ ਨਹੀਂ ਹੈ, ਪਰੰਤੂ ਅਸੀਂ ਇਸ ਨੂੰ ਕੰਪਲੈਕਸ ਬਣਾ ਲਿਆ ਬਿਕੋਜ਼ ਅਸੀਂ ਇਸ ਦੇ ਵਿੱਚ ਇੱਕ ਮੇਨ ਕਲਾਜ਼ ਯੂਜ਼ ਕੀਤੀ ਹੈ ਅਤੇ ਦੂਸਰੀ ਉਸ ਦੀ ਸਬੋਰਡੀਨੇਟ ਕਲਾਜ਼ ਯੂਜ਼ ਕੀਤੀ ਹੈ, ਜਿਸ ਨੂੰ ਅਸੀਂ ਵੈਨ ਕੰਜੰਕਸ਼ਨ ਦੇ ਨਾਲ ਜੋੜਤਾ। ਇੱਥੇ ਤੁਸੀਂ ਵੈਨ ਕੰਜੰਕਸ਼ਨ ਵੀ ਲਗਾ ਸਕਦੇ ਹੋ ਜਾਂ ਕੋਈ ਹੋਰ ਕੰਜੰਕਸ਼ਨ ਜੋ ਤੁਹਾਨੂੰ ਸਹੀ ਲੱਗਦਾ ਹੈ ਉਹ ਲਗਾ ਸਕਦੇ ਹੋ, ਜਿਵੇਂ ਤੁਸੀਂ ਇੱਥੇ ਐਜ਼ ਸੂਨ ਐਜ਼ ਕੰਜੰਕਸ਼ਨ ਵੀ ਲਗਾ ਸਕਦੇ ਹੋ ਕਿ as soon as the troops saw the signal they marched out। स्टूडेंट, साडा 4th क्वेश्चन है
ਇੱਕ ਫਿਰ ਸਾਨੂੰ ਸੈਂਟੈਂਸ ਦਿੱਤਾ ਹੋਇਆ ਹੈ ਕਿ ਯੂ ਮਸਟ ਐਨਕਰੇਜ ਹਿਮ ਐਜ਼ ਹੀ ਇਜ਼ ਸ਼ੋਰ ਟੂ ਲੂਜ਼, ਅਤੇ ਇਸ ਸੈਂਟੈਂਸ ਨੂੰ ਅਸੀਂ ਚੇਂਜ ਇਨਟੂ ਅ ਕੰਪਾਊਂਡ ਸੈਂਟੈਂਸ ਦੇ ਵਿੱਚ ਬਦਲਣਾ ਹੈ। ਤਾਂ ਬੱਚਿਓ ਇਹ ਤੀਸਰੇ ਵਾਂਗੂ ਹੀ ਹੈ, ਇਸ ਦੇ ਵਿੱਚ ਟਰਾਂਸਫੋਰਮੇਸ਼ਨ ਆਫ ਸੈਂਟੈਂਸਿਸ ਵਾਲਾ ਟੌਪਿਕ ਆਉਂਦਾ ਹੈ। ਪਹਿਲਾਂ ਦੀ ਤਰ੍ਹਾਂ ਅਸੀਂ ਪਹਿਲਾਂ ਆਪਣਾ ਜੋ ਦਿੱਤਾ ਹੋਇਆ ਵਾਕ ਹੈ ਬੱਚਿਓ ਉਸ ਨੂੰ ਚੰਗੀ ਤਰ੍ਹਾਂ ਦੇਖਾਂਗੇ ਕਿ ਉਹ ਕਿਹੜਾ ਵਾਕ ਹੈ। ਤਾਂ ਜੇ ਬੱਚਿਓ ਤੁਸੀਂ ਇੱਥੇ ਦੇਖੋ ਤਾਂ ਇਸ ਤੇ ਕੋਮਾ ਲੱਗਿਆ ਹੋਇਆ। ਕੋਮਾ ਜਦੋਂ ਵੀ ਲੱਗਦਾ ਤਾਂ ਤੁਸੀਂ ਥੋੜ੍ਹਾ ਜਿਹਾ ਧਿਆਨ ਕਰਿਆ ਕਰੋ ਕਿ ਹੋ ਸਕਦਾ ਹੈ ਕਿ ਇਹ ਇੱਕ ਸਿੰਪਲ ਸੈਂਟੈਂਸ ਨਾ ਹੋਵੇ, ਪਰੰਤੂ ਇਹ ਕੋਈ ਜ਼ਰੂਰੀ ਨਹੀਂ ਹੈ, ਸਾਨੂੰ ਫਿਰ ਵੀ ਵਾਕ ਪੂਰਾ ਪੜ੍ਹਨਾ ਪਏਗਾ। ਤਾਂ ਅਸੀਂ ਪੜ੍ਹਦੇ ਹਾਂ ਜੀ ਕਿ ਯੂ ਮਸਟ ਐਨਕਰੇਜ ਹਿਮ, ਕਿ ਤੁਹਾਨੂੰ ਉਸ ਨੂੰ ਹੌਸਲਾ ਦੇਣਾ ਚਾਹੀਦਾ ਹੈ। ਐਨਕਰੇਜ ਦਾ ਮਤਲਬ ਇੱਥੇ ਬੱਚਿਓ ਹੌਸਲਾ ਦੇਣਾ ਹੋ ਗਿਆ। ਤਾਂ ਐਨਕਰੇਜ ਇੱਥੇ ਪਹਿਲੀ ਵਰਬ ਲੱਗੀ ਹੈ, ਮਸਟ ਇਜ਼ ਦੀ ਹੈਲਪਿੰਗ ਵਰਬ ਜਾਂ ਮੋਡਲ ਵਰਬ ਕਹਿ ਸਕਦੇ ਹੋ। ਇੱਥੇ ਯੂ ਸਾਡਾ ਸਬਜੈਕਟ ਹੈ, ਹਿਮ ਇੱਥੇ ਆਬਜੈਕਟ ਹੋ ਗਿਆ ਕਿ ਤੁਹਾਨੂੰ ਉਸ ਨੂੰ ਹੌਸਲਾ ਦੇਣਾ ਚਾਹੀਦਾ ਹੈ। ਐਜ਼ ਹੀ ਇਜ਼ ਸ਼ੋਰ ਟੂ ਲੂਜ਼, ਨਹੀਂ ਤਾਂ ਉਹ ਹੌਸਲਾ ਛੱਡ ਦੇਗਾ, ਉਹ ਹਾਰ ਜਾਏਗਾ। ਐਜ਼ ਇੱਥੇ ਬੱਚਿਓ ਕੰਜੰਕਸ਼ਨ ਯੂਜ਼ ਹੋ ਗਿਆ, ਅਤੇ ਹੀ ਇਜ਼ ਸ਼ੋਰ ਟੂ ਲੂਜ਼ ਇੱਕ ਅਲੱਗ ਤੋਂ ਅਧੀਨ ਉਪਵਾਕ ਹੈ ਜਿਸ ਦਾ ਸਬਜੈਕਟ ਹੀ ਹੈ, ਇਜ਼ ਉਸ ਦੀ ਲਿੰਕਿੰਗ ਵਰਬ ਹੋ ਗਈ, ਅਤੇ ਸ਼ੋਰ ਟੂ ਲੂਜ਼ ਬਾਕੀ ਦਾ ਜਿਹੜਾ ਉਸ ਦਾ ਸੈਂਟੈਂਸ ਹੈ ਇਹ ਹੋ ਗਿਆ। ਇਹਦਾ ਮਤਲਬ ਇਹ ਹੋਇਆ ਕਿ ਇਸ ਪੂਰੇ ਵਾਕ ਦੇ ਵਿੱਚ ਦੋ ਸਾਡੇ ਕੋਲੇ ਉਪਵਾਕ ਆਏ ਨੇ। ਇੱਕ ਮੁੱਖ ਉਪਵਾਕ ਹੈ ਜੋ ਕਿ ਯੂ ਮਸਟ ਐਨਕਰੇਜ ਹਿਮ ਹੈ, ਅਤੇ ਦੂਸਰਾ ਜਿਹੜਾ ਉਸਦਾ ਅਧੀਨ ਉਪਵਾਕ ਜਿਸ ਨੂੰ ਅਸੀਂ ਸੁਬੋਰਡੀਨੇਟ ਕਲਾਸ ਕਹਿੰਦੇ ਹਾਂ ਉਹ ਹੈ ਕਿ ਹੀ ਇਜ਼ ਸ਼ੋਰ ਟੂ ਲੂਜ਼, ਐਜ਼ ਉਸ ਦਾ ਕੰਜੰਕਸ਼ਨ ਹੈ ਜਿਸ ਨੇ ਕਿ ਉਸ ਨੂੰ ਮੇਨ ਕਲਾਸ ਯੂ ਮਸਟ ਐਨਕਰੇਜ ਹਿਮ ਦੇ ਨਾਲ ਜੋੜਿਆ ਹੋਇਆ ਹੈ। ਤਾਂ ਇਸ ਵਾਕ ਨੂੰ ਅਸੀਂ ਕੰਪਲੈਕਸ ਸੈਂਟੈਂਸ ਕਹਾਂਗੇ, ਜਿਸ ਨੂੰ ਅਸੀਂ ਪੰਜਾਬੀ 'ਚ ਮਿਸ਼ਰਿਤ ਵਾਕ ਕਹਿੰਦੇ ਹਾਂ। ਮਿਸ਼ਰਿਤ ਵਾਕ ਜਾਂ ਕੰਪਲੈਕਸ ਸੈਂਟੈਂਸ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੋ ਉਪਵਾਕ ਹੁੰਦੇ ਨੇ, ਪਰੰਤੂ ਉਹਨਾਂ ਵਿੱਚੋਂ ਇੱਕ ਮੁੱਖ ਵਾਕ ਜਿਸ ਨੂੰ ਅਸੀਂ ਮੇਨ ਕਲਾਸ ਕਹਿੰਦੇ ਹਾਂ, ਅਤੇ ਦੂਸਰੀ ਸਾਡੀ ਸੁਬੋਰਡੀਨੇਟ ਕਲਾਸ ਹੁੰਦੀ ਹੈ, ਅਤੇ ਸੁਬੋਰਡੀਨੇਟ ਕਲਾਸ ਮੇਨ ਕਲਾਸ ਦੇ ਨਾਲ ਇੱਕ ਕੰਜੰਕਸ਼ਨ ਦੇ ਨਾਲ ਜੁੜੀ ਹੁੰਦੀ ਹੈ। ਇਸ ਕਰਕੇ ਇਹ ਵਾਲਾ ਜਿਹੜਾ ਸੈਂਟੈਂਸ ਹੈ ਇਹ ਸਾਡਾ ਕੰਪਲੈਕਸ ਸੈਂਟੈਂਸ ਹੈ। ਇਹ ਸਾਡਾ ਸਿੰਪਲ ਸੈਂਟੈਂਸ ਨਹੀਂ ਹੈ, ਬਿਕੋਜ਼ ਇਸ ਦੇ ਵਿੱਚ ਦੋ ਮੇਨ ਵਰਬਸ ਆਈਆਂ ਨੇ। ਇਹ ਮੈਂ ਪਹਿਲਾਂ ਤੁਹਾਨੂੰ ਐਕਸਪਲੇਨ ਕਰ ਚੁੱਕਿਆ, ਪਰੰਤੂ ਸਾਨੇ ਬੱਚਿਓ ਇਸ ਨੂੰ ਕੀ ਕਰਨਾ ਹੈ, ਕੰਪਾਊਂਡ ਸੈਂਟੈਂਸ ਦੇ ਵਿੱਚ ਬਦਲਣਾ ਹੈ। ਕੰਪਾਊਂਡ ਸੈਂਟੈਂਸ ਜਿਹੜਾ ਹੁੰਦਾ ਬੱਚਿਓ ਇਹ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ ਹੈ ਕੰਪਲੈਕਸ ਸੈਂਟੈਂਸ ਨਾਲੋਂ। ਇਸ ਨੂੰ ਅਸੀਂ ਪੰਜਾਬੀ 'ਚ ਸੰਯੁਕਤ ਵਾਕ ਕਹਿੰਦੇ ਹਾਂ। ਇਸ ਦੇ ਵਿੱਚ ਵੀ ਬੱਚਿਓ ਦੋ ਉਪਵਾਕ ਹੁੰਦੇ ਨੇ, ਪਰੰਤੂ ਦੋਨੇ ਹੀ ਮੁੱਖ ਉਪਵਾਕ ਹੁੰਦੇ ਨੇ, ਅਧੀਨ ਉਪਵਾਕ ਕੋਈ ਨਹੀਂ ਹੁੰਦਾ। ਮਤਲਬ ਕਿ ਦੋਨੇ ਹੀ ਮੇਨ ਕਲੌਜ਼ਸ ਹੁੰਦੀਆਂ ਨੇ ਜੋ ਆਪਸ ਦੇ ਵਿੱਚ ਕੰਜੰਕਸ਼ਨ ਨਾਲ ਜੁੜੀਆਂ ਹੁੰਦੀਆਂ ਨੇ। ਤਾਂ ਬੱਚਿਓ ਜੇਕਰ ਸਾਨੂੰ ਕੰਪਲੈਕਸ ਸੈਂਟੈਂਸ ਤੋਂ ਕੰਪਾਊਂਡ ਸੈਂਟੈਂਸ ਬਣਾਉਣਾ ਆ ਜੇ, ਜੋ ਕਿ 4th ਕੁਐਸਚਨ ਦੇ ਵਿੱਚ ਆਇਆ ਹੋਇਆ, ਤਾਂ ਇਹ ਬੜਾ ਹੀ ਸੌਖਾ ਹੈ। ਜੇ ਸਾਨੂੰ ਸਿਰਫ ਇਹ ਪਤਾ ਹੋਵੇ ਕਿ ਕੰਪਾਊਂਡ ਸੈਂਟੈਂਸਿਸ ਦੇ ਵਿੱਚ ਕਿਹੜੇ-ਕਿਹੜੇ ਕੰਜੰਕਸ਼ਨਸ ਯੂਜ਼ ਹੁੰਦੇ ਨੇ, ਤਾਂ ਅਸੀਂ ਬੜੀ ਈਜ਼ੀਲੀ ਕੰਪਲੈਕਸ ਸੈਂਟੈਂਸ ਤੋਂ ਕੰਪਾਊਂਡ ਸੈਂਟੈਂਸ ਬਣਾ ਸਕਦੇ ਹਾਂ। ਤਾਂ ਬੱਚਿਓ 4-5 ਹੀ ਇਸ ਦੇ ਵਿੱਚ ਕੰਜੰਕਸ਼ਨਸ ਨੇ ਕੰਪਾਊਂਡ ਸੈਂਟੈਂਸ ਦੇ ਵਿੱਚ। ਇੱਕ ਤਾਂ ਹੁੰਦਾ ਬੱਚਿਓ ਐਂਡ, ਇੱਕ ਹੁੰਦਾ ਹੈ ਔਰ, ਇੱਕ ਹੁੰਦਾ ਹੈ ਯੈਟ, ਇੱਕ ਹੁੰਦਾ ਹੈ ਬਟ। ਇਹ ਜਿਹੜੇ 4 ਕੰਜੰਕਸ਼ਨਸ ਨੇ ਬੱਚਿਓ ਜ਼ਿਆਦਾ ਯੂਜ਼ ਹੁੰਦੇ ਨੇ। ਅਸੀਂ ਚਾਰਾਂ ਦੇ ਵਿੱਚੋਂ ਕੋਈ ਵੀ ਕੰਜੰਕਸ਼ਨ ਲਗਾ ਕੇ ਇਹ ਵਾਲਾ ਜਿਹੜਾ ਸਾਡਾ ਕੰਪਲੈਕਸ ਸੈਂਟੈਂਸ ਹੈ ਇਸ ਨੂੰ ਅਸੀਂ ਕੰਪਾਊਂਡ ਸੈਂਟੈਂਸ ਦੇ ਵਿੱਚ ਬਦਲ ਸਕਦੇ ਹਾਂ। ਕਿਵੇਂ? ਦੇਖੋ ਬੱਚਿਓ ਇੱਥੇ ਅਸੀਂ ਲਿਖ ਸਕਦੇ ਹਾਂ। ਤਾਂ ਬੱਚਿਓ ਜੇ ਤੁਸੀਂ ਦੇਖੋ ਅਸੀਂ ਕੁਝ ਨਹੀਂ ਕੀਤਾ, ਅਸੀਂ ਸਿਰਫ ਔਰ ਕੰਜੰਕਸ਼ਨ ਲਗਾਤਾ ਐਜ਼ ਦੀ ਥਾਂ ਤੇ। ਐਜ਼ ਵਾਲਾ ਜਿਹੜਾ ਕੰਜੰਕਸ਼ਨ ਹੈ ਬੱਚਿਓ ਇਹ ਕੰਪਲੈਕਸ ਸੈਂਟੈਂਸਿਸ ਦੇ ਵਿੱਚ ਲਗਾਇਆ ਜਾਂਦਾ ਹੈ। ਕੰਪਾਊਂਡ ਸੈਂਟੈਂਸਿਸ ਦੇ ਵਿੱਚ ਸਾਨੂੰ ਆਹੀ 4 ਕੰਜੰਕਸ਼ਨਾਂ ਦੇ ਵਿੱਚੋਂ ਕੋਈ ਲਗਾਉਣਾ ਪੈਂਦਾ ਹੈ। ਅਸੀਂ ਇੱਥੇ ਔਰ ਲਗਾ ਕੇ ਅਸੀਂ ਆਪਣਾ ਵਾਕ ਬਣਾਤਾ, ਅਸੀਂ ਵਾਕ ਦੀ ਸੈਂਸ ਵੀ ਉਹੀ ਰੱਖੀ, ਅਤੇ ਅਸੀਂ ਆਪਣੇ ਕੰਪਲੈਕਸ ਸੈਂਟੈਂਸ ਨੂੰ ਕੰਪਾਊਂਡ ਸੈਂਟੈਂਸ ਦੇ ਵਿੱਚ ਬਦਲ ਲਿਆ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਵਾਲਾ ਟਰਾਂਸਫੋਰਮੇਸ਼ਨ ਆਫ ਸੈਂਟੈਂਸਿਸ ਵਾਲਾ ਵਾਕ ਵੀ ਸਮਝ ਆ ਗਿਆ ਹੋਵੇਗਾ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਬੱਚਿਓ ਇਹ ਕਾਫੀ ਡਿਟੇਲ ਵਾਲਾ ਟੌਪਿਕ ਹੈ, ਇਸ ਨੂੰ ਸਟੱਡੀ ਕਰਨ ਦੀ ਲੋੜ ਹੁੰਦੀ ਹੈ। ਖਾਸ ਤੌਰ 'ਤੇ ਜਿਹੜੇ ਮੇਰੇ ਇਲੈਕਟਿਵ ਦੇ ਸਟੂਡੈਂਟਸ ਹੁੰਦੇ ਨੇ, ਮੈਂ ਉਹਨਾਂ ਨੂੰ ਬਹੁਤ ਹੀ ਡਿਟੇਲ ਦੇ ਵਿੱਚ ਆਪਣੀ ਕਲਾਸ 'ਚ ਕਰਵਾਉਣਾ ਹੁੰਦਾ, ਕਾਫੀ ਜ਼ਿਆਦਾ ਉਹਨਾਂ ਦੀ ਪ੍ਰੈਕਟਿਸ ਕਰਵਾਉਣਾ ਹੁੰਦਾ। ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਇਸ 'ਤੇ ਇੱਕ ਸਪੈਸ਼ਲ ਵੀਡੀਓ ਗ੍ਰਾਮਰ ਵਾਲੇ ਪੋਰਸ਼ਨ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂ, ਤਾਂ ਕਿ ਆਪਾਂ ਇਹਨਾਂ ਟਰਾਂਸਫੋਰਮੇਸ਼ਨ ਆਫ ਸੈਂਟੈਂਸਿਸ ਵਾਲੇ ਵਾਕਾਂ ਦੀ ਵੀ ਪ੍ਰੈਕਟਿਸ ਚੰਗੀ ਤਰ੍ਹਾਂ ਕਰ ਸਕੀਏ। ਸਟੂਡੈਂਟ ਸਾਡਾ 5ਵਾਂ ਕੁਐਸਚਨ ਹੈ ਕਿ ਹੀ ਇਜ਼ ਰਿਸਪੈਕਟਡ ਫॉर ਹਿਜ਼ ਹਿਊਮਿਲਿਟੀ। ਇੱਕ ਸੈਂਟੈਂਸ ਸਾਨੂੰ ਦਿੱਤਾ ਹੋਇਆ ਹੈ, ਬ੍ਰੈਕਟ ਦੇ ਵਿੱਚ ਸਾਨੂੰ ਕਿਹਾ ਹੋਇਆ ਹੈ ਕਿ ਚੇਂਜ ਵੌਇਸ, ਕਿ ਸਾਨੇ ਇਸ ਦੀ ਵੌਇਸ ਨੂੰ ਚੇਂਜ ਕਰਨਾ ਹੈ। ਤਾਂ ਬੱਚਿਓ ਜਦੋਂ ਵੀ ਵੌਇਸ ਨੂੰ ਚੇਂਜ ਕਰਨਾ ਹੋਵੇ, ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਪਤਾ ਲਗਾ ਲੈਣਾ ਚਾਹੀਦਾ ਹੈ ਕਿ ਜਿਹੜਾ ਸਾਡੇ ਕੋਲੇ ਸੈਂਟੈਂਸ ਹੈ ਇਹ ਐਕਟਿਵ ਵੌਇਸ ਵਾਲਾ ਹੈ ਜਾਂ ਪੈਸਿਵ ਵੌਇਸ ਵਾਲਾ। ਕਈ ਵਾਰੀ ਬੱਚੇ ਬੜੀ ਜਲਦਬਾਜ਼ੀ ਦੇ ਵਿੱਚ ਇਸ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹ ਗਲਤੀ ਕਰ ਬੈਠਦੇ ਨੇ। ਹਮੇਸ਼ਾ ਪਹਿਲਾਂ ਇਹ ਸ਼ਿਓਰ ਕਰੋ ਕਿ ਜਿਹੜਾ ਤੁਹਾਨੂੰ ਵਾਕ ਦਿੱਤਾ ਗਿਆ ਇਹ ਐਕਟਿਵ ਵੌਇਸ ਵਾਲਾ ਹੈ ਜਾਂ ਪੈਸਿਵ ਵੌਇਸ ਵਾਲਾ ਹੈ। ਤਾਂ ਬੱਚਿਓ ਜੇ ਤੁਸੀਂ ਇਸ ਵਾਕ ਨੂੰ ਧਿਆਨ ਨਾਲ ਦੇਖੋ ਤਾਂ ਇਸ ਦੇ ਨਾਲ ਰਿਸਪੈਕਟਡ ਲੱਗਿਆ ਹੋਇਆ। ਆਮ ਤੌਰ 'ਤੇ ਇਜ਼ ਐਮ ਆਰ ਦੇ ਨਾਲ ਫਸਟ ਫਾਰਮ ਦੇ ਨਾਲ ING ਲੱਗਦਾ ਹੈ, ਇਹ ਕੰਟੀਨਿਊਸ ਦੇ ਵਿੱਚ ਯੂਜ਼ ਹੁੰਦਾ ਹੈ ਇਹ, ਪਰੰਤੂ ਇੱਥੇ ਇਸ ਦੇ ਨਾਲ ਰਿਸਪੈਕਟਡ ਲੱਗਿਆ। ਰਿਸਪੈਕਟਡ ਰਿਸਪੈਕਟ ਵਰਬ ਦੀ 3rd ਫਾਰਮ ਹੈ। ਇਹਦਾ ਮਤਲਬ ਕਿ ਇਹ ਸਾਡਾ ਆਲਰੇਡੀ ਪੈਸਿਵ ਵੌਇਸ ਹੈ। ਤਾਂ ਜਦੋਂ ਸਾਡੇ ਕੋਲੇ
ਪੈਸਿਵ ਵੌਇਸ ਹੋਵੇ ਸਾਨੂੰ ਉਸ ਦਾ ਉਲਟ ਐਕਟਿਵ ਵੌਇਸ ਬਣਾਉਣੀ ਪੈਂਦੀ ਹੈ। ਤਾਂ ਅਸੀਂ ਇਸ ਨੂੰ ਬੱਚਿਓ ਇਸ ਤਰ੍ਹਾਂ ਸੋਲਵ ਕਰਾਂਗੇ। ਆਪਾਂ ਇਸ ਨੂੰ ਸਾਈਡ ਤੇ ਲਿਖ ਲੈਂਦੇ ਹਾਂ ਕਿ ਹੀ ਇਜ਼ ਰਿਸਪੈਕਟਡ ਫॉर ਹਿਜ਼ ਹਿਊਮਿਲਿਟੀ। ਉਹ ਆਪਣੀ ਨਿਮਰਤਾ ਕਰਕੇ ਉਸ ਦੀ ਰਿਸਪੈਕਟ ਕੀਤੀ ਜਾਂਦੀ ਹੈ, ਪਰੰਤੂ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ ਇਹ ਨਹੀਂ ਲਿਖਿਆ ਗਿਆ। ਪੈਸਿਵ ਦੇ ਵਿੱਚ ਯਾਦ ਕਰੋ ਅਸੀਂ ਬਾਏ ਲਗਾ ਕੇ ਸਬਜੈਕਟ ਨੂੰ ਪਿੱਛੇ ਲੈ ਕੇ ਜਾਂਦੇ ਹੁੰਦੇ ਹਾਂ, ਇੱਥੇ ਉਹ ਚੀਜ਼ ਨਹੀਂ ਆਈ ਤਾਂ ਅਸੀਂ ਫਿਰ ਆਪਣੇ ਕੋਲੋਂ ਹਿਊਮਿਲਿਟੀ ਤੋਂ ਬਾਅਦ ਬਾਏ ਲਗਾ ਦਿੰਦੇ ਹਾਂ, ਤੇ ਪਿੱਛੇ ਤੁਸੀਂ ਕੁਝ ਵੀ ਲਗਾ ਸਕਦੇ ਹੋ ਬੱਚਿਓ, ਪਰੰਤੂ ਜ਼ਿਆਦਾ ਵਧੀਆ ਇਹ ਹੈ ਕਿ ਬਾਏ ਐਵਰੀਵਨ ਅਸੀਂ ਲਗਾ ਦਿੰਦੇ ਹਾਂ। ਇੱਥੇ ਤੁਸੀਂ ਯੂ ਵੀ ਲਗਾ ਸਕਦੇ ਹੋ, ਅਸ ਵੀ ਲਗਾ ਸਕਦੇ ਹੋ, ਮੀ ਵੀ ਲਗਾ ਸਕਦੇ ਹੋ, ਪਰ ਐਵਰੀਵਨ ਜ਼ਿਆਦਾ ਠੀਕ ਹੈ। ਤਾਂ ਅਸੀਂ ਇਸ ਨੂੰ ਵਾਕ ਨੂੰ ਇਸ ਤਰ੍ਹਾਂ ਕਰ ਲਿਆ ਬੱਚਿਓ ਕਿ ਹੀ ਇਜ਼ ਰਿਸਪੈਕਟਡ ਫॉर ਹਿਜ਼ ਹਿਊਮਿਲਿਟੀ ਬਾਏ ਐਵਰੀਵਨ, ਕਿਉਂਕਿ ਸਾਡੇ ਕੋਲੇ ਬਾਏ ਐਵਰੀਵਨ ਪੈਸਿਵ ਵੌਇਸ 'ਚ ਨਹੀਂ ਦਿੱਤਾ ਹੋਇਆ ਸੀ, ਅਸੀਂ ਬਾਏ ਲਗਾ ਕੇ ਆਪਣੇ ਕੋਲੋਂ ਐਵਰੀਵਨ ਲਗਾ ਲਿਆ। ਹੁਣ ਅਸੀਂ ਇਸ ਦਾ ਐਕਟਿਵ ਬਣਾਉਂਦੇ ਹਾਂ ਕਿਉਂਕਿ ਐਵਰੀਵਨ ਅਸੀਂ ਅੱਗੇ ਲੈ ਕੇ ਆਵਾਂਗੇ। ਹੁਣ ਇੱਥੇ ਬੱਚਿਓ ਦੇਖੋ ਇਸ ਦੇ ਨਾਲ ਵਰਬ ਦੀ ਥਰਡ ਫਾਰਮ ਲੱਗੀ ਹੈ, ਇਹ ਉਦੋਂ ਲੱਗਦੀ ਹੈ ਜਦੋਂ ਸਿੰਪਲ ਪ੍ਰੈਜ਼ੈਂਟ ਟੈਂਸ ਦਾ ਅਸੀਂ ਵੌਇਸ ਚੇਂਜ ਕਰਦੇ ਹੁੰਦੇ ਹਾਂ, ਤਾਂ ਸਾਨੂੰ ਇੱਥੇ ਸਿੰਪਲ ਪ੍ਰੈਜ਼ੈਂਟ ਟੈਂਸ ਬਣਾਉਣਾ ਪਏਗਾ। ਤਾਂ ਸਿੰਪਲ ਪ੍ਰੈਜ਼ੈਂਟ ਟੈਂਸ ਦਾ ਰੂਲ ਹੁੰਦਾ ਬੱਚਿਓ ਸਬਜੈਕਟ ਦੇ ਨਾਲ ਵਰਬ ਦੀ ਫਸਟ ਫਾਰਮ ਦੇ ਨਾਲ ਆਪਸ਼ਨਲ ਐਸ ਔਰ ਈਐਸ ਤੇ ਉਸ ਤੋਂ ਬਾਅਦ ਆਬਜੈਕਟ। ਤਾਂ ਅਸੀਂ ਇਸ ਫਾਰਮੈਟ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਆਪਣਾ ਐਕਟਿਵ ਬਣਾ ਲੈਂਦੇ ਹਾਂ। ਤਾਂ ਹੁਣ ਅਸਾਂ ਸਬਜੈਕਟ ਦਾ ਬੱਚਿਓ ਐਵਰੀਵਨ ਬਣਾ ਲਿਆ, ਤਾਂ ਵਰਬ ਦੀ ਫਸਟ ਫਾਰਮ ਰਿਸਪੈਕਟ ਹੀ ਲਾਵਾਂਗੇ, ਤਾਂ ਇੱਥੇ ਰਿਸਪੈਕਟ ਲਗਾ ਕੇ ਪਿੱਛੇ ਇਸ ਦੇ ਐਸ ਲੱਗੇਗਾ। ਐਵਰੀਵਨ ਰਿਸਪੈਕਟਸ ਹੀ ਦਾ ਅਸੀਂ ਹਿਮ ਬਣਾ ਲੈਂਦੇ ਹਾਂ। ਬਾਕੀ ਜਿਹੜਾ ਬੱਚਿਓ ਫॉर ਹਿਜ਼ ਹਿਊਮਿਲਿਟੀ ਇਹ ਪ੍ਰੈਪੋਜੀਸ਼ਨਲ ਫਰੇਜ਼ ਹੈ, ਇਸ ਪ੍ਰੈਪੋਜੀਸ਼ਨਲ ਫਰੇਜ਼ ਨੂੰ ਅਸੀਂ ਐਜ਼ ਇਟ ਇਜ਼ ਐਵੇਂ ਹੀ ਲਿਖ ਲੈਂਦੇ ਹਾਂ। ਤਾਂ ਸਾਡਾ ਆਨਸਰ ਕੀ ਬਣਿਆ ਜੀ ਕਿ ਐਵਰੀਵਨ ਰਿਸਪੈਕਟਸ ਹਿਮ ਫॉर ਹਿਜ਼ ਹਿਊਮਿਲਿਟੀ। ਤਾਂ ਸਟੂਡੈਂਟਸ ਮੈਂ ਆਉਣ ਵਾਲੇ ਆਪਣੇ ਵੀਡੀਓਜ਼ ਦੇ ਵਿੱਚ ਗ੍ਰਾਮਰ ਵਾਲੇ ਪੋਰਸ਼ਨ ਦੇ ਵਿੱਚ ਐਕਟਿਵ ਪੈਸਿਵ ਵੌਇਸ ਵੀ ਤੁਹਾਨੂੰ ਡਿਟੇਲਸ ਕਰਵਾਉਂਗਾ। ਫਿਲਹਾਲ ਅਸੀਂ ਇਸ ਟੌਪਿਕ ਨੂੰ ਟੱਚ ਕੀਤਾ ਹੈ, ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ। ਬੱਚਿਓ ਸਾਡਾ 6th ਕੁਐਸਚਨ ਹੈ, ਸਾਨੂੰ ਦੋ ਵਾਕ ਦਿੱਤੇ ਗਏ ਨੇ। ਪਹਿਲਾ ਹੈ ਦ ਸਕਾਊਟ ਕੈਰੀਡ ਅ ਸਿਲਕਨ ਬੈਨਰ, ਦੂਸਰਾ ਹੈ ਹੀ ਹੈਡ ਸਟੂਡ ਫਸਟ। ਤਾਂ ਸਕਾਊਟ ਨੇ ਇੱਕ ਰੇਸ਼ਮ ਵਾਲਾ ਬੈਨਰ ਸਿਲਕਨ ਬੈਨਰ ਚੱਕਿਆ ਹੋਇਆ ਸੀ, ਦੂਸਰਾ ਹੈ ਉਹ ਪਹਿਲੇ ਨੰਬਰ ਤੇ ਆਇਆ ਸੀ। ਸਾਨੂੰ ਕੁਐਸਚਨ ਇਹ ਦਿੱਤਾ ਗਿਆ ਹੈ ਕਿ ਕੰਬਾਈਨ ਦਾ ਟੂ ਸੈਂਟੈਂਸਿਸ, ਕਿ ਦੋਨਾਂ ਵਾਕਾਂ ਨੂੰ ਜੋੜਨਾ ਹੈ। ਤਾਂ ਬੱਚਿਓ ਕੰਪੈਰੇਟਿਵਲੀ ਇਹ ਬਾਕੀ ਜਿਹੜੇ ਸਾਡੇ ਕੁਐਸਚਨ ਆਏ ਨੇ ਉਹਨਾਂ ਨਾਲੋਂ ਇਹ ਈਜ਼ੀ ਹੈ। ਰੀਜ਼ਨ ਇਹ ਹੈ ਕਿ ਇਸ ਦੇ ਵਿੱਚ ਕੋਈ ਕੰਡੀਸ਼ਨ ਨਹੀਂ ਲਗਾਈ ਹੋਈ ਕਿ ਅਸੀਂ ਕਿਸ ਤਰੀਕੇ ਦੇ ਨਾਲ ਵਾਕ ਜੋੜਨੇ ਹੈ। ਸਿੰਪਲ ਸਾਨੂੰ ਕਿਹਾ ਹੋਇਆ ਹੈ ਕਿ ਕੰਬਾਈਨ ਦਾ ਟੂ ਸੈਂਟੈਂਸਿਸ, ਕਿ ਦੋਨਾਂ ਵਾਕਾਂ ਨੂੰ ਜੋੜ ਦਿਓ। ਤਾਂ ਜਦੋਂ ਸਾਡੇ ਕੋਲ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਬੱਚਿਓ ਕਿ ਕੋਈ ਕੰਡੀਸ਼ਨ ਨਾ ਲਗਾ ਕੇ ਤੁਹਾਨੂੰ ਸਿਰਫ ਦੋ ਵਾਕਾਂ ਨੂੰ ਜੋੜਨ ਲਈ ਕਿਹਾ ਜਾਂਦਾ ਹੈ, ਤਾਂ ਬੜਾ ਈਜ਼ੀ ਹੋ ਜਾਂਦਾ ਹੈ। ਦੇਖੋ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸਕਾਊਟ ਸੀ ਉਹ ਪਹਿਲੇ ਨੰਬਰ ਤੇ ਆਇਆ ਸੀ, ਇਸ ਕਰਕੇ ਉਸਨੇ ਸਿਲਕਨ ਬੈਨਰ ਚੱਕਿਆ ਹੋਇਆ ਸੀ। ਤਾਂ ਅਸੀਂ ਇਹਦਾ ਆਨਸਰ ਬੜਾ ਸਿੰਪਲ ਬਣਾਵਾਂਗੇ, ਦ ਸਕਾਊਟ ਹੈਡ ਸਟੂਡ ਫਸਟ ਸੋ ਹੀ ਕੈਰੀਡ ਆ ਸਿਲਕਨ ਬੈਨਰ। ਤਾਂ ਅਸੀਂ ਦੋਨਾਂ ਵਾਕਾਂ ਨੂੰ ਬੱਚਿਓ ਜੋੜਤਾ, ਅਸੀਂ ਸੋ ਲਗਾ ਕੇ ਕੰਜੰਕਸ਼ਨ ਲਗਾ ਕੇ ਦੋਨੇ ਵਾਕਾਂ ਨੂੰ ਜੋੜਤਾ। ਜੇਕਰ ਅਸੀਂ ਇਸ ਨੂੰ ਥੋੜਾ ਜਿਹਾ ਡੀਪ ਜਾ ਕੇ ਦੇਖੀਏ ਤਾਂ ਅਸੀਂ ਇਹ ਇੱਕ ਕੰਪਲੈਕਸ ਸੈਂਟੈਂਸ ਬਣਾਇਆ ਜਿਸ ਦੇ ਵਿੱਚ ਅਸੀਂ ਇੱਕ ਮੇਨ ਕਲੌਜ਼ ਲਈ ਹੈ ਅਤੇ ਦੂਸਰੀ ਸਾਡੀ ਸਬੋਰਡੀਨੇਟ ਕਲੌਜ਼ ਹੈ ਜਿਸ ਨੂੰ ਅਸੀਂ ਸੋ ਦੇ ਨਾਲ ਜੋੜਿਆ ਹੋਇਆ। ਤਾਂ ਸਟੂਡੈਂਟ ਸਾਡਾ ਲਾਸਟ ਕੁਐਸਚਨ ਹੈ, ਸਾਨੂੰ ਇੱਕ ਸੈਂਟੈਂਸ ਦਿੱਤਾ ਹੋਇਆ ਹੈ ਕਿ ਯੂ ਵਿਲ ਨੈਵਰ ਲਰਨ ਮੈਨਰਸ, ਤੁਸੀਂ ਕਦੇ ਵੀ ਤੌਰ ਤਰੀਕੇ ਨਹੀਂ ਸਿੱਖੋਗੇ। ਤੇ ਕੁਐਸਚਨ ਸਾਨੂੰ ਇਹ ਹੈ ਕਿ ਚੇਂਜ ਇਨਟੂ ਦੀ ਇੰਟਰੋਗੇਟਿਵ ਫਾਰਮ, ਕਿ ਇਸ ਨੂੰ ਪ੍ਰਸ਼ਨਵਾਚਕ ਵਾਕ ਬਣਾਓ। ਤਾਂ ਬੱਚਿਓ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਿਓ ਕਿ ਜਦੋਂ ਵੀ ਸਾਨੂੰ ਇਸ ਤਰ੍ਹਾਂ ਦੇ ਵਾਕ ਆਉਂਦੇ ਨੇ ਉਹਨਾਂ ਦਾ ਸੈਂਸ ਉਹੀ ਰਹਿਣਾ ਚਾਹੀਦਾ ਹੈ, ਸਾਨੇ ਸੈਂਸ ਨਹੀਂ ਚੇਂਜ ਕਰਨੀ। ਤਾਂ ਇਹ ਇੱਕ ਥੋੜੀ ਜਿਹੀ ਟ੍ਰਿਕ ਹੁੰਦੀ ਹੈ ਜੋ ਤੁਸੀਂ ਧਿਆਨ 'ਚ ਰੱਖਣੀ ਹੈ। ਅਸੀਂ ਇਹ ਵਾਕ ਨੂੰ ਇੱਧਰ ਲਿਖ ਲੈਂਦੇ ਹਾਂ। ਤਾਂ ਬੱਚਿਓ ਜਦੋਂ ਵੀ ਅਜਿਹੇ ਵਾਕ ਸਾਨੇ ਬਣਾਉਣੇ ਹੁੰਦੇ ਆ ਤਾਂ ਥੋੜ੍ਹਾ ਜਿਹਾ ਤੁਸੀਂ ਨਾ ਪਹਿਲਾਂ ਆਪਣੀ ਮਦਰ ਟੰਗ ਦੇ ਵਿੱਚ ਇਸ ਵਾਕ ਨੂੰ ਥੋੜ੍ਹਾ ਜਿਹਾ ਸੋਚ ਕੇ ਦੇਖੋ ਕਿ ਇਹਦਾ ਕੁਐਸਚਨ ਕਿਵੇਂ ਬਣੇਗਾ। ਜਿਵੇਂ ਇਹ ਵਾਲਾ ਜਿਹੜਾ ਵਾਕ ਹੈ ਇਹਦਾ ਮਤਲਬ ਹੈ ਕਿ ਤੁਸੀਂ ਕਦੇ ਵੀ ਮੈਨਰ ਨਹੀਂ ਸਿੱਖੋਗੇ, ਤਾਂ ਇਹਦਾ ਪੰਜਾਬੀ 'ਚ ਆਪਾਂ ਇਹੀ ਬਣਾਵਾਂਗੇ ਨਾ ਕਿ ਕੀ ਤੁਸੀਂ ਕਦੇ ਮੈਨਰ ਸਿੱਖੋਗੇ। ਤਾਂ ਅਸੀਂ ਇਸ ਦਾ ਕੁਐਸਚਨ ਐਵੇਂ ਬਣਾਵਾਂਗੇ ਬੱਚਿਓ ਕਿ ਵਿਲ ਯੂ, ਇਹਦੇ ਵਿੱਚ ਸਾਡੀ ਵਿਲ ਜਿਹੜੀ ਹੈਲਪਿੰਗ ਵਰਬ ਹੈ, ਯੂ ਸਾਡਾ ਸਬਜੈਕਟ ਹੈ, ਤਾਂ ਅਸੀਂ ਕੁਐਸਚਨ ਬਣਾਉਣ ਦੇ ਲਈ ਹੈਲਪਿੰਗ ਵਰਬ ਅੱਗੇ ਲਿਆਉਂਦੇ ਹਾਂ ਕਿ ਵਿਲ ਯੂ ਐਵਰ ਲਰਨ ਮੈਨਰਸ ਕੁਐਸਚਨ ਮਾਰਕ। ਅਸੀਂ ਇਹਦਾ ਆਨਸਰ ਇਹ ਬਣਾਇਆ ਕਿ ਵਿਲ ਯੂ ਐਵਰ ਲਰਨ ਮੈਨਰਸ, ਕਿ ਕੀ ਤੁਸੀਂ ਕਦੇ ਮੈਨਰ ਸਿੱਖੋਗੇ। ਤਾਂ ਧਿਆਨ ਨਾਲ ਦੇਖੋ ਬੱਚੋ, ਅਸੀਂ ਇਸ ਦੇ ਵਿੱਚ ਸਿਰਫ ਇੱਕ ਵਰਡ ਦੀ ਹੇਰਫੇਰ ਕੀਤੀ ਹੈ। ਇੱਧਰ ਨੈਵਰ ਸੀ, ਅਸੀਂ ਨੈਵਰ ਦੀ ਜਗ੍ਹਾ ਐਵਰ ਲਗਾਤਾ, ਅਸੀਂ ਕੁਐਸਚਨ ਬਣਾਤਾ। ਬਸ ਇਹ ਥੋੜਾ ਜਿਹਾ ਬੱਚਿਓ ਧਿਆਨ ਰੱਖਣਾ ਹੁੰਦਾ ਕਿ ਵਾਕ ਦੀ ਸਾਨੇ ਸੈਂਸ ਚੇਂਜ ਨਹੀਂ ਕਰਨੀ ਹੁੰਦੀ। ਤਾਂ ਸਟੂਡੈਂਟਸ ਇਸੇ ਦੇ ਨਾਲ ਸਾਡੀਆਂ ਸਾਰੀਆਂ ਐਕਸਰਸਾਈਜ਼ਸ ਅਤੇ ਉਹਨਾਂ ਦੇ ਸੋਲੂਸ਼ਨਸ ਕਵਰ ਹੁੰਦੇ ਨੇ। ਉਮੀਦ ਹੈ ਸਟੂਡੈਂਟਸ ਕਿ ਤੁਹਾਨੂੰ ਇਹ ਸਾਰੇ ਸੋਲੂਸ਼ਨਸ ਸਮਝ ਆ ਗਏ ਹੋਣਗੇ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਸ ਚੈਪਟਰ ਦੇ ਨਾਲ ਰਿਲੇਟਡ ਮਲਟੀਪਲ ਚੋਇਸ ਕੁਐਸਚਨ ਬੇਸਡ ਇੱਕ ਆਬਜੈਕਟਿਵ ਕੁਇਜ਼ ਤਿਆਰ ਕੀਤਾ ਹੈ। ਮੈਂ ਉਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਰੱਖਿਆ ਹੈ, ਤੁਸੀਂ ਉਸ ਤੇ ਜਾ ਕੇ ਉਹ ਕੁਇਜ਼ ਜ਼ਰੂਰ ਸੋਲਵ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਇਸ ਚੈਪਟਰ ਦੇ ਪ੍ਰਤੀ ਜੋ ਪਕੜ ਹੈ ਉਹ ਜ਼ਿਆਦਾ ਮਜ਼ਬੂਤ ਹੋਏਗੀ।
ਮੈਂ ਤੁਹਾਡੇ ਆਨਸਰਸ ਦੀ ਫੀਡਬੈਕ ਨਾਲ ਦੀ ਨਾਲ ਤੁਹਾਨੂੰ ਪ੍ਰੋਵਾਈਡ ਕਰਾਂਗਾ। ਵੀਡੀਓ ਦੇ ਐਂਡ 'ਤੇ ਮੈਂ ਤੁਹਾਨੂੰ ਮੇਰੇ ਦੁਆਰਾ ਬਣਾਏ ਹੋਏ ਹੋਰ ਬਹੁਤ ਸਾਰੇ +2 ਕਲਾਸ ਇੰਗਲਿਸ਼ ਕੰਪਲਸਰੀ ਦੇ ਐਕਸਰਸਾਈਜ਼ ਸੋਲੂਸ਼ਨਸ ਵਾਲੇ ਚੈਪਟਰਸ ਦੇ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਕਿਸੇ ਹੋਰ ਆਪਣੇ ਸਿਲੇਬਸ ਦੇ ਵੀਡੀਓ ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ ਜੀ। ਧੰਨਵਾਦ।